ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਇਸ YouTube ਚੈਨਲ ਤੇ। ਲਾਸਟ ਲੈਕਚਰ ਵਿੱਚ ਅਸੀਂ ਪੜ੍ਹਿਆ ਕਨਸੈਪਟ ਆਫ ਕੰਜੂਗੇਟ ਬਾਰੇ। ਅੱਜ ਅਸੀਂ ਕਰਨ ਜਾ ਰਹੇ ਹਾਂ ਮੋਡੂਲਸ ਆਫ ਕੰਪਲੈਕਸ ਨੰਬਰ ਅਤੇ ਇਸ ਵੀਡੀਓ ਵਿੱਚ ਅਸੀਂ ਸੋਲਵ ਕਰਾਂਗੇ ਇੰਪੋਰਟੈਂਟ ਐਗਜ਼ਾਮਪਲਸ ਨੂੰ ਅਤੇ ਕੁਝ ਕੁਐਸਚਨਸ ਨੇ ਤੁਸੀਂ ਆਪਣੇ ਆਪ ਸੋਲਵ ਕਰਨੇ ਨੇ ਜੋ ਮੈਂ ਟੈਲੀਗ੍ਰਾਮ ਚੈਨਲ ਤੇ ਅਪਲੋਡ ਕਰ ਦੇਵਾਂਗਾ। ਆਲਰੇਡੀ MCQs ਦੀ ਜੋ ਸੀਰੀਜ਼ ਪਾਰਟ 1 ਦੇ ਨਾਮ ਦੇ ਨਾਲ ਮੈਂ ਕੁਐਸਚਨਸ ਜਿਹੜੇ ਟੈਲੀਗ੍ਰਾਮ ਤੇ ਸ਼ੇਅਰ ਕਰ ਦਿੱਤੇ ਨੇ। ਜਦੋਂ ਚੈਪਟਰ ਕੰਪਲੀਟ ਹੋ ਜਾਵੇਗਾ ਅਸੀਂ ਜ਼ੂਮ ਕਲਾਸ ਤੇ ਇੱਕ ਡਾਊਟ ਕਲਾਸ ਵੀ ਲਗਾਵਾਂਗੇ ਤਾਂ ਕਿ ਤੁਹਾਡੇ ਜੋ ਵੀ ਡਾਊਟਸ ਨੇ ਉਸ ਨੂੰ ਮੈਂ ਕਲੀਅਰ ਕਰ ਪਾਵਾਂ। ਤੇ ਉਸ ਤੋਂ ਬਾਅਦ ਜੋ ਤੁਹਾਡੇ ਇਸ ਟੌਪਿਕ ਦੇ ਨਾਲ ਰਿਲੇਟਡ ਕੋਈ ਵੀ ਕੁਆਇਰੀਜ਼ ਹੋਣ, ਕੋਈ ਵੀ ਡਾਊਟ ਹੋਵੇ ਅੱਜ ਦਾ ਜੋ ਟੌਪਿਕ ਹੈ ਉਸ ਨਾਲ ਰਿਲੇਟਡ, ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਅਤੇ ਇਸ ਟੌਪਿਕ ਦੇ ਜੋ ਨੋਟਸ ਨੇ ਉਸ ਦੀ PDF ਮੈਂ ਟੈਲੀਗ੍ਰਾਮ ਚੈਨਲ ਤੇ ਅਪਲੋਡ ਕਰ ਦੇਵਾਂਗਾ, ਜਿਸ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਹੈ ਤੇ ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ। ਮੇਰੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਅਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸਭ ਤੋਂ ਪਹਿਲਾਂ ਅਸੀਂ ਮੋਡੂਲਸ ਆਫ ਕੰਪਲੈਕਸ ਨੰਬਰ ਦੇ ਕਨਸੈਪਟ ਨੂੰ ਸਮਝਦੇ ਹਾਂ, ਡੈਫੀਨੇਸ਼ਨ ਨੂੰ ਸਮਝਦੇ ਹਾਂ। ਉਸ ਤੋਂ ਬਾਅਦ ਅਸੀਂ ਮਾਸਟਰ ਕੇਡਰ ਦੇ ਐਗਜ਼ਾਮ ਦੇ ਵਿੱਚ MCQs ਕਿਸ ਤਰ੍ਹਾਂ ਸੋਲਵ ਕਰਨੇ ਨੇ ਉਸ ਨੂੰ ਸਿੱਖਾਂਗੇ। ਅਗਰ ਸਭ ਤੋਂ ਪਹਿਲਾਂ ਗੱਲ ਕਰੀਏ ਡੈਫੀਨੇਸ਼ਨ ਦੀ, ਤਾਂ ਸਪੋਜ਼ ਸਾਡੇ ਕੋਲ ਕੋਈ ਕੰਪਲੈਕਸ ਨੰਬਰ ਹੈ z = x + i/y। ਸਾਨੂੰ ਪਤਾ ਹੈ ਜੋ x ਤੇ y ਹੈ ਉਹ ਕਿਹਨੂੰ ਬਿਲੋਂਗ ਕਰਦੇ ਨੇ, ਰੀਅਲ ਨੰਬਰ ਨੂੰ। ਮਤਲਬ x ਤੇ y ਦੀ ਜਿਹੜੀ ਵੈਲਿਊ ਹੈ ਉਹ ਕੀ ਹੈ, ਰੀਅਲ ਨੰਬਰ ਹੈ। x ਸਾਡੇ ਕੋਲ ਕਿਸੇ ਵੀ ਕੰਪਲੈਕਸ ਨੰਬਰ ਦਾ ਹੁੰਦਾ ਹੈ ਰੀਅਲ ਪਾਰਟ ਤੇ y ਸਾਡੇ ਕੋਲ ਕੀ ਹੁੰਦਾ ਹੈ, ਇਮੈਜਨਰੀ ਪਾਰਟ, ਆਇਟਾ ਨਾਲ ਜਿਹੜਾ ਲੱਗਿਆ ਹੋਇਆ ਹੈ। ਤਾਂ ਸਾਨੂੰ ਪਤਾ ਹੈ ਕਿ ਕੋਈ ਵੀ ਕੰਪਲੈਕਸ ਨੰਬਰ ਹੈ ਉਸ ਦੇ ਵਿੱਚ ਦੋ ਪਾਰਟ ਹੁੰਦੇ ਨੇ, ਰੀਅਲ ਤੇ ਇਮੈਜਨਰੀ। ਤੇ ਰਜੇ ਅਸੀਂ ਕਿਸ ਤਰ੍ਹਾਂ ਮੋਡੂਲਸ ਨੂੰ ਰਿਪਰੈਜ਼ੈਂਟ ਕਰਦੇ ਹਾਂ, ਅਸੀਂ ਮੋਡੂਲਸ ਆਫ z ਦੀ ਗੱਲ ਕਰੀਏ ਤਾਂ ਉਸ ਨੂੰ ਰਿਪਰੈਜ਼ੈਂਟ ਕਰਦੇ ਹਾਂ ਇਸ ਕੁਝ ਇਸ ਤਰ੍ਹਾਂ। ਤੇ ਮੋਡੂਲਸ ਆਫ z ਜਿਹੜਾ ਹੈ ਉਹਦੀ ਡੈਫੀਨੇਸ਼ਨ ਕੀ ਕਹਿੰਦੀ ਹੈ, ਉਹਦੀ ਡੈਫੀਨੇਸ਼ਨ ਕਹਿੰਦੀ ਹੈ ਕਿ ਜਦੋਂ ਅਸੀਂ ਕਿਸੇ ਕੰਪਲੈਕਸ ਨੰਬਰ ਨੂੰ, ਸਪੋਜ਼ ਆਪਾਂ ਇੱਥੇ z ਕੰਪਲੈਕਸ ਨੰਬਰ ਦੀ ਗੱਲ ਕਰੀਏ, ਅਸੀਂ ਕਿਸੇ ਕੰਪਲੈਕਸ ਨੰਬਰ ਨੂੰ ਐਜ਼ ਆ ਪੁਆਇੰਟ ਕੰਸੀਡਰ ਕਰਦੇ ਹਾਂ x, y। ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਅਸੀਂ ਕੰਪਲੈਕਸ ਨੰਬਰ ਨੂੰ ਐਜ਼ ਅ ਪੁਆਇੰਟ ਰਿਪਰੈਜ਼ੈਂਟ ਕਰਦੇ ਹਾਂ ਆਰਗਨ ਪਲੇਨ ਦੇ ਵਿੱਚ, ਤਾਂ ਉਸ ਪੁਆਇੰਟ ਤੋਂ ਓਰੀਜਨ ਤੱਕ ਦੇ ਜਿਹੜੇ ਡਿਸਟੈਂਸ ਨੂੰ ਅਸੀਂ ਮੋਡੂਲਸ ਕਹਿੰਦੇ ਹਾਂ। ਮੈਂ ਦੁਬਾਰਾ ਰਿਪੀਟ ਕਰਦਾ, ਕਹਿੰਦੇ ਮੋਡੂਲਸ ਆਫ ਕੰਪਲੈਕਸ ਨੰਬਰ ਕੀ ਹੁੰਦਾ ਹੈ, ਬਾਈ ਡੈਫੀਨੇਸ਼ਨ ਮੋਡੂਲਸ ਆਫ ਕੰਪਲੈਕਸ ਨੰਬਰ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਕੰਪਲੈਕਸ ਨੰਬਰ ਨੂੰ ਐਜ਼ ਆ ਪੁਆਇੰਟ ਕੰਸੀਡਰ ਕਰਦੇ ਹਾਂ ਆਰਗਨ ਪਲੇਨ ਦੇ ਵਿੱਚ, ਤਾਂ ਆਰਗਨ ਪਲੇਨ ਦੇ ਵਿੱਚ ਉਸ ਪੁਆਇੰਟ ਤੋਂ ਲੈ ਕੇ, ਜਿਵੇਂ ਸਪੋਜ਼ ਮੈਂ z ਦਾ ਜਿਹੜਾ ਪੁਆਇੰਟ ਹੈ XY, ਇਹਨੂੰ ਮੈਂ ਸਪੋਜ਼ ਕਰ ਲਿੱਤਾ ਹੈ, ਸਪੋਜ਼ M ਦਾ ਨਾਮ ਦੇ ਦਿੱਤਾ ਇਹਨੂੰ, M x, y ਇਹਦੇ ਕੋਆਰਡੀਨੇਟਸ ਨੇ। ਤਾਂ ਅਸੀਂ ਜਿਹੜਾ ਇਹ M ਪੁਆਇੰਟ ਸਪੋਜ਼ ਕੀਤਾ ਹੈ ਕੰਪਲੈਕਸ ਨੰਬਰ ਤੋਂ ਕੋਆਰਡੀਨੇਟਸ ਤੋਂ, ਤਾਂ ਉਹ ਪੁਆਇੰਟ ਤੋਂ ਲੈ ਕੇ ਓਰੀਜਨ ਤੱਕ ਦਾ ਜਿਹੜਾ ਡਿਸਟੈਂਸ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਮੋਡੂਲਸ। ਤਾਂ ਰਜੇ ਸਾਡੇ ਕੋਲ ਮੋਡੂਲਸ ਕੀ ਹੈ, ਮੋਡੂਲਸ ਸਾਡੇ ਕੋਲ ਹੈ ਡਿਸਟੈਂਸ ਦਾ ਕੰਮ ਕਰਦਾ ਹੈ ਮੋਡੂਲਸ। ਕਿੱਥੋਂ, ਓਰੀਜਨ, ਤੇ ਕਿੱਥੋਂ ਸ਼ੁਰੂ ਹੋ ਕੇ, ਉਸ ਪੁਆਇੰਟ ਤੋਂ ਜਿਹੜਾ ਅਸੀਂ ਕੰਪਲੈਕਸ ਨੰਬਰ ਤੋਂ ਬਣਾਇਆ ਹੈ, ਕਿਸ ਪਲੇਨ ਦੇ ਵਿੱਚ, ਆਰਗਨ ਪਲੇਨ ਦੇ ਵਿੱਚ। ਅਤੇ ਆਰਗਨ ਪਲੇਨ ਕੀ ਹੁੰਦਾ ਹੈ, ਜੇ ਤੁਸੀਂ ਉਸ ਵੀਡੀਓ ਨੂੰ ਨਹੀਂ ਦੇਖਿਆ ਤਾਂ ਉੱਪਰ ਤੁਹਾਡੇ ਕੋਲ ਰਜੇ ਆਈਕਨ ਆ ਰਿਹਾ ਹੈ, ਉਸ ਤੇ ਕਲਿੱਕ ਕਰਕੇ ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ। ਤਾਂ ਸਾਡੇ ਕੋਲ ਡੈਫੀਨੇਸ਼ਨ ਹੈ ਮੋਡੂਲਸ ਆਫ ਕੰਪਲੈਕਸ ਨੰਬਰ ਦੀ ਕਿ ਸਪੋਜ਼ ਸਾਡੇ ਕੋਲ ਕੋਈ ਕੰਪਲੈਕਸ ਨੰਬਰ ਹੈ x + i/y। ਉਸ ਕੰਪਲੈਕਸ ਦਾ ਜਿਹੜਾ ਮੋਡੂਲਸ ਹੈ ਉਹ ਕਿਸ ਤਰ੍ਹਾਂ ਡਿਫਾਈਨ ਕੀਤਾ ਜਾ ਸਕਦਾ ਹੈ, ਉਸ ਨੂੰ ਡਿਫਾਈਨ ਕੀਤਾ ਜਾ ਸਕਦਾ ਹੈ ਐਜ਼ ਅ ਡਿਸਟੈਂਸ ਬਿਟਵੀਨ ਦਾ ਪੁਆਇੰਟ ਐਂਡ ਓਰੀਜਨ ਇਨ ਆਰਗਨ ਪਲੇਨ। ਤਾਂ ਸਪੋਜ਼ ਸਾਡੇ ਕੋਲ ਕੋਈ ਕੰਪਲੈਕਸ ਨੰਬਰ ਹੈ z, ਤਾਂ ਉਸ ਨੂੰ ਅਸੀਂ ਪੁਆਇੰਟ ਐਜ਼ M ਰਿਪਰੈਜ਼ੈਂਟ ਕਰਦੇ ਹਾਂ ਕਿਹਦੇ ਵਿੱਚ, ਇਨ ਆਰਗਨ ਪਲੇਨ ਦੇ ਵਿੱਚ। ਅਤੇ ਓਰੀਜਨ ਤੋਂ ਲੈ ਕੇ M ਪੁਆਇੰਟ ਤੱਕ ਦਾ ਜਿਹੜਾ ਡਿਸਟੈਂਸ ਹੈ, ਜਿਸ ਨੂੰ ਅਸੀਂ OM ਦਾ ਨਾਮ ਦੇ ਦਿੰਦੇ ਹਾਂ, ਉਹ ਸਾਡੇ ਕੋਲ ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਮੋਡੂਲਸ ਆਫ z ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਤੇ ਰਜੇ ਸਾਨੂੰ ਪਤਾ ਹੈ ਕਿ ਅਸੀਂ O ਤੇ M ਪੁਆਇੰਟ ਦੇ ਵਿੱਚ ਜਿਹੜਾ ਡਿਸਟੈਂਸ ਹੈ ਉਹ ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ, ਉਹ ਫਾਈਂਡ ਆਊਟ ਕਰ ਸਕਦੇ ਹਾਂ ਬਾਈ ਯੂਜ਼ਿੰਗ ਡਿਸਟੈਂਸ ਫਾਰਮੂਲਾ। ਡਿਸਟੈਂਸ ਫਾਰਮੂਲਾ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਡਿਸਟੈਂਸ ਹੈ ਬਿਟਵੀਨ O ਤੇ M ਫਾਈਂਡ ਆਊਟ ਕਰ ਸਕਦੇ ਹਾਂ। ਕਿਸ ਤਰ੍ਹਾਂ, ਸਾਨੂੰ ਪਤਾ ਹੈ OM = √of x - 0 ਹੋਲ ਸਕੁਏਅਰ ਪਲਸ y - 0 ਹੋਲ ਸਕੁਏਅਰ ਦੇ ਬਰਾਬਰ ਹੁੰਦਾ ਹੈ। ਤਾਂ ਸਾਡੇ ਕੋਲ OM ਕਿਤਨਾ ਆ ਗਿਆ, ਉਹ ਆ ਗਿਆ ਆਪਣੇ ਕੋਲ x² ਪਲਸ y² ਦੇ ਬਰਾਬਰ। ਤੇ ਰਜੇ ਸਾਨੂੰ ਪਤਾ ਹੈ ਜੋ OM ਹੈ ਉਹ ਕੀ ਹੈ, ਆਪਣੇ ਕੋਲ ਡਿਸਟੈਂਸ ਬਿਟਵੀਨ O ਐਂਡ M, ਤੇ OM ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ, ਉਹ ਰਿਪਰੈਜ਼ੈਂਟ ਕਰ ਰਿਹਾ ਮੋਡੂਲਸ ਆਫ z ਨੂੰ। ਤਾਂ ਸਾਡੇ ਕੋਲ ਮੋਡੂਲਸ ਆਫ z ਜਿਹੜਾ ਉਹ ਕਿਹਦੇ ਬਰਾਬਰ ਆ ਗਿਆ, ਉਹ ਆ ਗਿਆ x² ਪਲਸ y² ਦੇ
ਤਾਂ ਸਾਡੇ ਕੋਲ ਮੋਡੂਲਸ ਆਫ z ਹੈ ਜੋ ਬਰਾਬਰ ਆ ਚੁੱਕਿਆ ਹੈ ਸਕੁਏਅਰ ਰੂਟ ਆਫ x ਸਕੁਏਅਰ ਪਲੱਸ y ਸਕੁਏਅਰ ਦੇ। ਸਾਨੂੰ ਪਤਾ ਹੈ x ਸਾਡੇ ਕੋਲ ਕੀ ਹੈ, ਇਹ ਹੈ ਆਪਣੇ ਕੋਲ ਰੀਅਲ ਪਾਰਟ ਆਫ z ਦੇ ਬਰਾਬਰ, ਤੇ y ਸਾਨੂੰ ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਉਹ ਰਿਪਰੈਜ਼ੈਂਟ ਕਰ ਰਿਹਾ ਹੈ ਇਮੈਜਨਰੀ ਪਾਰਟ ਆਫ z ਨੂੰ। ਤਾਂ ਅਸੀਂ ਇਸ ਨੂੰ ਮੋਡੂਲਸ ਆਫ z ਨੂੰ ਦੂਸਰੇ ਕਿਸ ਤਰੀਕੇ ਨਾਲ ਲਿਖ ਸਕਦੇ ਹਾਂ, ਉਹ ਲਿਖ ਸਕਦੇ ਹਾਂ ਸਕੁਏਅਰ ਰੂਟ ਆਫ ਰੀਅਲ ਪਾਰਟ ਆਫ z ਹੋਲ ਸਕੁਏਅਰ। ਅਸੀਂ x ਦੀ ਜਗ੍ਹਾ ਲਿਖ ਸਕਦੇ ਹਾਂ ਰੀਅਲ ਪਾਰਟ ਆਫ z ਪਲੱਸ y ਦੀ ਜਗ੍ਹਾ ਕੀ ਲਿਖ ਸਕਦੇ ਹਾਂ ਇਮੈਜਨਰੀ ਪਾਰਟ ਆਫ z ਦਾ ਹੋਲ ਸਕੁਏਅਰ। ਤਾਂ ਰਾਜੇ ਸਾਡੇ ਕੋਲ ਜਿਹੜੀ ਡੈਫੀਨੇਸ਼ਨ ਹੈ ਉਹ ਕੀ ਕਹਿੰਦੀ ਹੈ ਕਿ ਸਾਡੇ ਕੋਲ ਕੋਈ ਕੰਪਲੈਕਸ ਨੰਬਰ ਹੈ z = x + y। ਉਸ ਕੰਪਲੈਕਸ ਨੰਬਰ ਦਾ ਮੋਡੂਲਸ ਅਸੀਂ ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ, ਉਹ ਪਤਾ ਕਰ ਸਕਦੇ ਹਾਂ ਸਕੁਏਅਰ ਰੂਟ ਆਫ ਰੀਅਲ ਪਾਰਟ ਆਫ z ਦਾ ਸਕੁਏਅਰ ਪਲੱਸ ਸਕੁਏਅਰ ਆਫ ਇਮੈਜਨਰੀ ਪਾਰਟ ਦਾ ਸਕੁਏਅਰ। ਤਾਂ ਮੋਡੂਲਸ ਆਫ z ਜਿਹੜਾ ਹੈ ਸਾਡੇ ਕੋਲ ਉਹ ਡਿਸਟੈਂਸ ਦਾ ਕੰਮ ਕਰਦਾ ਹੈ। ਡਿਸਟੈਂਸ ਕਿੱਥੋਂ, ਓਰੀਜਨ ਤੋਂ ਲੈ ਕੇ ਪੁਆਇੰਟ ਤੱਕ ਦਾ ਡਿਸਟੈਂਸ। ਤਾਂ ਰਾਜੇ ਇੱਥੇ ਇੱਕ ਬਹੁਤ ਹੀ ਇੰਪੋਰਟੈਂਟ ਨੋਟ ਜਿਹੜਾ ਤੁਸੀਂ ਨੋਟ ਕਰ ਲਓ। ਨੋਟ ਕੀ ਹੈ, ਨੋਟ ਕਹਿੰਦਾ ਹੈ ਕਿ ਆਪਾਂ ਨੂੰ ਪਤਾ ਹੈ ਜਿਹੜਾ ਮੋਡੂਲਸ ਆਫ z ਹੈ ਉਹ ਸਾਡੇ ਕੋਲ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਉਹ ਰਿਪਰੈਜ਼ੈਂਟ ਕਰ ਰਿਹਾ ਡਿਸਟੈਂਸ ਨੂੰ। ਤੇ ਸਾਨੂੰ ਪਤਾ ਹੈ ਕਿ ਡਿਸਟੈਂਸ ਜਿਹੜਾ ਉਹ ਕਦੇ ਵੀ ਨੈਗੇਟਿਵ ਨਹੀਂ ਹੋ ਸਕਦਾ। ਤਾਂ ਅਸੀਂ ਇੱਥੇ ਕਹਾਂਗੇ ਕਿ ਜਿਹੜਾ ਮੋਡੂਲਸ ਆਫ z ਹੈ ਉਹ ਕੀ ਹੋਊਗਾ, ਆਲਵੇਜ਼ ਗ੍ਰੇਟਰ ਦੈਨ ਐਂਡ ਇਕੁਅਲ ਟੂ 0 ਆਲਵੇਜ਼ ਹੋਊਗਾ, ਕਿਉਂਕਿ ਜਿਹੜਾ ਸਾਡੇ ਕੋਲ ਡਿਸਟੈਂਸ ਹੈ ਉਹ ਕੀ ਹੋ ਨਹੀਂ ਸਕਦਾ, ਨੈਗੇਟਿਵ ਨਹੀਂ ਹੋ ਸਕਦਾ। ਤਾਂ ਤੁਸੀਂ ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੈ। ਤੁਹਾਨੂੰ ਪੇਪਰ ਦੇ ਵਿੱਚ ਜਿਹੜੇ ਕੁਐਸਚਨ ਹੈ ਇਸ ਤਰ੍ਹਾਂ ਪ੍ਰੋਪਰਟੀਜ਼ ਜਾਂ ਫਿਰ ਨੋਟ ਦੇ ਨਾਲ ਰਿਲੇਟਡ ਪੁੱਛ ਸਕਦੇ ਨੇ। ਤਾਂ ਉੱਥੇ ਸ਼ਾਇਦ ਤੁਹਾਨੂੰ ਪੁੱਛ ਸਕਦੇ ਨੇ ਕਿ ਜਿਹੜਾ ਡਿਸਟੈਂਸ ਹੈ ਜਾਂ ਫਿਰ ਮੋਡੂਲਸ ਹੈ ਉਹ ਆਲਵੇਜ਼ ਕੀ ਹੋ ਸਕਦਾ ਹੈ, ਗ੍ਰੇਟਰ ਦੈਨ ਇਕੁਅਲ ਟੂ 0, ਗ੍ਰੇਟਰ ਦੈਨ 0, ਲੈਸ ਦੈਨ 0, ਲੈਸ ਦੈਨ ਇਕੁਅਲ ਟੂ 0, ਜਾਂ ਫਿਰ ਇੱਕ ਆਪਸ਼ਨ ਨਨ ਆਫ ਦੀ ਦੀਸ ਦੀ ਵੀ ਲਿਖ ਸਕਦੇ ਨੇ। ਤਾਂ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਮੋਡੂਲਸ ਜਿਹੜਾ ਹੁੰਦਾ ਹੈ ਸਾਡੇ ਕੋਲ ਡਿਸਟੈਂਸ ਹੁੰਦਾ ਹੈ। ਮੋਡੂਲਸ ਦਾ ਜਿਹੜਾ ਫਾਰਮੂਲਾ ਹੈ ਸਾਡੇ ਕੋਲ ਉਹ ਹੈਗਾ ਕਿ ਸਕੁਏਅਰ ਰੂਟ ਆਫ ਰੀਅਲ ਪਾਰਟ ਦਾ ਸਕੁਏਅਰ ਪਲੱਸ ਇਮੈਜਨਰੀ ਪਾਰਟ ਦਾ ਸਕੁਏਅਰ। ਤੇ ਸਾਨੂੰ ਪਤਾ ਹੈ ਮੋਡੂਲਸ ਆਫ z ਕੀ ਹੁੰਦਾ ਹੈ, ਹਮੇਸ਼ਾ ਗ੍ਰੇਟਰ ਦੈਨ ਐਂਡ ਇਕੁਅਲ ਟੂ 0 ਜਿਹੜਾ ਹੁੰਦਾ ਹੈ। ਇਸ ਚੀਜ਼ ਦਾ ਹਮੇਸ਼ਾ ਅਸੀਂ ਧਿਆਨ ਰੱਖਣਾ ਹੈ। ਹੁਣ ਇੱਕ ਐਗਜ਼ਾਮਪਲ ਦੇਖ ਲੈਂਦੇ ਹਾਂ। ਅਗਰ ਸਾਨੂੰ ਕਹਿ ਦਿੱਤਾ ਜਾਵੇ ਕਿ ਫਾਈਂਡ ਦਾ ਮੋਡੂਲਸ ਆਫ 5 + 4 ਆਈਟਾ। ਅਸੀਂ 5 + 4 ਆਈਟਾ ਦਾ ਮੋਡੂਲਸ ਫਾਈਂਡ ਆਊਟ ਕਰਨਾ ਹੈ। ਤਾਂ ਅਸੀਂ ਸੋਲੂਸ਼ਨ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ। ਤਾਂ ਸੋਲੂਸ਼ਨ ਵਿੱਚ ਅਸੀਂ ਕਹਾਂਗੇ ਕਿ ਸਾਨੂੰ ਪਤਾ ਹੈ ਜਿਹੜਾ 5 + 4 ਆਈਟਾ ਹੈ ਉਸ ਦਾ ਮੋਡੂਲਸ ਅਸੀਂ ਉਸਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ। ਤੇ ਸਾਨੂੰ ਪਤਾ ਹੈ ਮੋਡੂਲਸ ਕਿਸ ਦੇ ਬਰਾਬਰ ਹੁੰਦਾ ਹੈ, ਸਕੁਏਅਰ ਰੂਟ ਆਫ ਰੀਅਲ ਪਾਰਟ ਆਫ ਕੰਪਲੈਕਸ ਨੰਬਰ ਸਕੁਏਅਰ ਪਲੱਸ ਇਮੈਜਨਰੀ ਪਾਰਟ ਆਫ ਕੰਪਲੈਕਸ ਨੰਬਰ ਦਾ ਸਕੁਏਅਰ। ਤਾਂ ਰੀਅਲ ਪਾਰਟ ਆਫ ਕੰਪਲੈਕਸ ਨੰਬਰ ਕੀ ਹੈ ਸਾਡੇ ਕੋਲ, ਉਹ ਹੈਗਾ ਗਾ 5, ਤਾਂ 5 ਦਾ ਸਕੁਏਅਰ ਪਲੱਸ ਇਮੈਜਨਰੀ ਪਾਰਟ ਆਫ ਕੰਪਲੈਕਸ ਨੰਬਰ ਸਾਡੇ ਕੋਲ ਕਿੰਨਾ ਹੈ, ਉਹ ਸਾਡੇ ਕੋਲ ਹੈਗਾ ਗਾ 4, ਤਾਂ 4 ਦਾ ਸਕੁਏਅਰ। ਤਾਂ ਸਾਡੇ ਕੋਲ ਕਿੰਨਾ ਆਨਸਰ ਆ ਗਿਆ, ਸਕੁਏਅਰ ਰੂਟ ਆਫ 25 ਪਲੱਸ ਸਾਡੇ ਕੋਲ ਕਿੰਨਾ ਆ ਗਿਆ 16। ਤਾਂ ਇਸ ਨੂੰ ਕੀ ਲਿਖ ਸਕਦੇ ਹਾਂ, ਸਕੁਏਅਰ ਰੂਟ ਆਫ 41। ਤਾਂ ਸਾਡੇ ਕੋਲ ਆਨਸਰ ਕਿੰਨਾ ਆ ਗਿਆ, ਸਕੁਏਅਰ ਰੂਟ ਆਫ 41। ਤਾਂ ਸਾਡੇ ਕੋਲ ਇਹ ਕੀ ਆ ਗਿਆ, ਮੋਡੂਲਸ ਆਫ 5 + 4 ਆਈਟਾ। ਤਾਂ ਇਸ ਤਰ੍ਹਾਂ ਅਸੀਂ ਐਗਜ਼ਾਮਪਲਸ ਜਿਹੜੀਆਂ ਹੈ ਉਹ ਸੋਲਵ ਕਰ ਸਕਦੇ ਹਾਂ। ਇੱਕ ਹੋਰ ਐਗਜ਼ਾਮਪਲ ਦੇਖ ਲੈਂਦੇ ਹਾਂ। ਕਹਿੰਦੇ ਫਾਈਂਡ ਦਾ ਮੋਡੂਲਸ ਆਫ 2 ਆਈਟਾ ਦਾ ਮੋਡੂਲਸ ਪਤਾ ਕਰਨਾ ਹੈ। ਤਾਂ ਸੋਲੂਸ਼ਨ 'ਚ ਕਿਸ ਤਰ੍ਹਾਂ ਕਰਾਂਗੇ, ਸਾਨੂੰ ਪਤਾ ਹੈ ਕਿ 2 ਆਈਟਾ ਨੂੰ ਅਸੀਂ 0 + 2 ਆਈਟਾ ਵੀ ਲਿਖ ਸਕਦੇ ਹਾਂ। ਤਾਂ ਇਸ ਦਾ ਮੋਡੂਲਸ ਜਿਹੜਾ ਫਾਈਂਡ ਆਊਟ ਕਰਨਾ ਹੈ ਉਹ ਕਰਾਂਗੇ, ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਸਕੁਏਅਰ ਰੂਟ, ਫਿਰ ਅਸੀਂ ਲਿਖਾਂਗੇ ਰੀਅਲ ਪਾਰਟ ਦਾ ਸਕੁਏਅਰ। ਰੀਅਲ ਪਾਰਟ ਕਿੰਨਾ ਸਾਡੇ ਕੋਲ 0, ਤਾਂ 0 ਦਾ ਸਕੁਏਅਰ ਪਲੱਸ ਫਿਰ ਅਸੀਂ ਲਿਖਾਂਗੇ ਇਮੈਜਨਰੀ ਪਾਰਟ ਦਾ ਸਕੁਏਅਰ ਮਤਲਬ 2 ਦਾ ਸਕੁਏਅਰ। ਤਾਂ ਸਾਡੇ ਕੋਲ ਕਿੰਨਾ ਆ ਗਿਆ 0 + 4, ਤਾਂ ਕਿੰਨਾ ਆਨਸਰ ਆ ਗਿਆ ਸਕੁਏਅਰ ਰੂਟ ਆਫ 4। ਤਾਂ ਆਨਸਰ ਕਿੰਨਾ ਆ ਗਿਆ ਸਾਡੇ ਕੋਲ 2 ਆ ਗਿਆ। ਨੈਕਸਟ ਦੇਖ ਲੈਂਦੇ ਹਾਂ ਇੱਕ ਹੋਰ ਐਗਜ਼ਾਮਪਲ। ਤਾਂ ਹੁਣ ਤੁਹਾਨੂੰ ਕਹਿ ਦੇਣ ਕਿ ਫਾਈਂਡ ਦਾ ਮੋਡੂਲਸ ਆਫ -7, ਇਸ ਦਾ ਮੋਡੂਲਸ ਫਾਈਂਡ ਆਊਟ ਕਰਨਾ ਹੈ। ਤਾਂ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ -7 ਦਾ ਮੋਡੂਲਸ। ਤਾਂ ਅਸੀਂ ਕਹਾਂਗੇ ਸਭ ਤੋਂ ਪਹਿਲਾਂ -7 ਨੂੰ ਅਸੀਂ ਲਿਖ ਸਕਦੇ ਹਾਂ -7 + 0 ਆਈਟਾ। ਤਾਂ ਉਸ ਤੋਂ ਬਾਅਦ ਸਾਨੂੰ ਪਤਾ ਹੈ ਕਿ ਮੋਡੂਲਸ ਫਾਈਂਡ ਆਊਟ ਕਰਨ ਲਈ ਸਾਨੂੰ ਕੀ ਕਰਨਾ ਪੈਣਾ ਹੈ, ਸਾਨੂੰ ਉਹਦਾ ਫਾਰਮੂਲਾ ਯੂਜ਼ ਕਰਨਾ ਪੈਣਾ ਹੈ। ਕੀ ਫਾਰਮੂਲਾ ਹੈ,
ਰੀਅਲ ਪਾਰਟ ਦਾ ਸਕੁਅਰ ਪਲਸ ਇਮੈਜਨਰੀ ਪਾਰਟ ਦਾ ਸਕੁਅਰ। ਤਾਂ ਸਾਡੇ ਕੋਲ ਕਿੰਨਾ ਆ ਗਿਆ √49। ਤਾਂ ਆਨਸਰ ਕਿੰਨਾ ਆ ਗਿਆ 7 ਆ ਗਿਆ। ਤਾਂ ਰਾਜੇ ਇਸ ਤਰ੍ਹਾਂ ਤੁਸੀਂ ਮੋਡੂਲਸ ਜਿਹੜੇ ਕੁਐਸਚਨ ਨੇ ਇਸ ਤਰ੍ਹਾਂ ਸੋਲਵ ਕਰ ਸਕਦੇ ਹੋ। ਅਕਸਰ ਅਸੀਂ ਦੇਖਦੇ ਹਾਂ ਕੁਦਰਤ ਦੁਆਰਾ ਬਣਾਏ ਗਏ ਖੂਬਸੂਰਤ ਪੈਟਰਨਸ ਨੂੰ, ਫਿਰ ਚਾਹੇ ਉਹ ਸਤਰੰਗੀ ਪੀਂਘ ਹੋਵੇ, ਪੰਛੀਆਂ ਦੁਆਰਾ ਆਸਮਾਨ ਵਿੱਚ ਬਣਿਆ ਹੋਇਆ ਖੂਬਸੂਰਤ ਝੁੰਡ ਹੋਵੇ, ਜਾਂ ਫਿਰ ਬੱਦਲਾਂ ਦੁਆਰਾ ਬਣਾਈ ਗਈ ਆਕ੍ਰਿਤੀ ਹੋਵੇ ਜੋ ਸਾਨੂੰ ਇਮੈਜੀਨੇਸ਼ਨ ਦਾ ਹੀ ਹਿੱਸਾ ਹੁੰਦੀ ਹੈ, ਫਿਰ ਚਾਹੇ ਉਹ ਸਟਾਰਸ ਦੁਆਰਾ ਬਣਾਏ ਗਏ ਕੌਂਸਟੀਲੇਸ਼ਨ ਹੋਣ। ਇਹ ਸਭ ਕੁਦਰਤ ਦੇ ਖੂਬਸੂਰਤ ਪੈਟਰਨਸ ਨੇ। ਇਸੇ ਤਰ੍ਹਾਂ ਹੀ ਮੈਥ ਦੇ ਵਿੱਚ ਬਹੁਤ ਸਾਰੇ ਪੈਟਰਨਸ ਨੇ ਸਾਨੂੰ ਦੇਖਣ ਨੂੰ ਮਿਲਦੇ ਨੇ, ਅਤੇ ਕਈ ਵਾਰ ਅਸੀਂ ਖੁਦ ਵੀ ਨੰਬਰਾਂ ਨਾਲ ਖੇਡ ਕੇ ਇਹ ਪੈਟਰਨਸ ਨੂੰ ਬਣਾ ਸਕਦੇ ਹਾਂ। ਤੁਹਾਡੇ ਸਾਹਮਣੇ ਮੈਂ ਬਹੁਤ ਸਾਰੇ ਕੰਪਲੈਕਸ ਨੰਬਰਸ ਲਿਖਣ ਜਾ ਰਿਹਾ ਹਾਂ। ਅਸੀਂ ਇਹਨਾਂ ਨੂੰ ਨਾਮ ਦੇ ਦਿੰਦੇ ਹਾਂ। ਸਪੋਜ਼ ਮੈਂ ਰੱਖ ਦਿੱਤਾ ਨਾਮ Z1, Z2, Z3, Z4, Z5, Z6 ਅਤੇ Z7। ਇੰਨੇ ਬਹੁਤ ਨੇ। ਤਾਂ ਇਹਨਾਂ ਦੇ ਸਪੋਜ਼ ਮੈਂ ਕੰਪਲੈਕਸ ਨੰਬਰ ਨੇ ਜਿਹੜੇ ਇਹਨਾਂ ਨੂੰ ਮੈਂ ਲਿਖ ਲੈਣਾ ਹੈ ਸਪੋਜ਼ 3 + 4 ਆਇਟਾ। Z1 ਨੂੰ ਮੈਂ ਲਿਖ ਲੈਣਾ 3 + 4 ਆਇਟਾ। Z2 ਨੂੰ ਮੈਂ ਲਿਖ ਲੈਣਾ 3 - 4 ਆਇਟਾ। Z3 ਸਾਡੇ ਕੋਲ ਸਪੋਜ਼ 4 + 3 ਆਇਟਾ ਹੈ, ਅਤੇ Z4 ਸਾਡੇ ਕੋਲ ਸਪੋਜ਼ 4 - 3 ਆਇਟਾ ਹੈ। Z5 ਸਪੋਜ਼ ਸਾਡੇ ਕੋਲ 5 ਹੈ। ਸਾਨੂੰ ਪਤਾ ਹੈ ਆਲ ਰੀਅਲ ਰੀਅਲ ਨੰਬਰਸ ਆਰ ਆਲਸੋ ਕੰਪਲੈਕਸ ਨੰਬਰਸ। ਅਸੀਂ ਪ੍ਰੋਪਰਟੀ ਪੜ੍ਹੀ ਸੀ ਕਿ ਜੋ ਰੀਅਲ ਨੰਬਰ ਹੈ ਉਹ ਵੀ ਇੱਕ ਕੰਪਲੈਕਸ ਨੰਬਰ ਹੀ ਹੁੰਦਾ ਹੈ। Z6 ਆਪਣੇ ਕੋਲ ਸਪੋਜ਼ ਹੈ -5, ਅਤੇ ਜੋ Z7 ਹੈ ਸਾਡੇ ਕੋਲ ਸਪੋਜ਼ ਹੈ ਉਹ 5 ਆਇਟਾ ਮੈਂ ਸਪੋਜ਼ ਕਰ ਲਿਆ। ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਇਹ ਪਾਰਟੀਕੂਲਰ ਕੰਪਲੈਕਸ ਨੰਬਰਸ ਨੂੰ ਹੀ ਕਿਉਂ ਸਪੋਜ਼ ਕਰ ਰਿਹਾ ਹਾਂ, ਕਿ ਅਸੀਂ ਕੋਈ ਹੋਰ ਕੰਪਲੈਕਸ ਨੰਬਰਸ ਨਹੀਂ ਸਪੋਜ਼ ਕਰ ਸਕਦੇ। ਅਤੇ ਇਹ ਵੀ ਪ੍ਰਸ਼ਨ ਦਿਮਾਗ ਵਿੱਚ ਆਉਂਦਾ ਹੈ ਕਿ ਇਹਨਾਂ ਦਾ ਇੱਕ ਦੂਜੇ ਨਾਲ ਕੀ ਰਿਲੇਸ਼ਨ ਹੈ। ਤਾਂ ਆਓ ਪਤਾ ਕਰਦੇ ਹਾਂ। ਜੇ ਅਸੀਂ Z1, Z2, Z3, Z4, Z5 ਅਤੇ Z6 ਇਹਨਾਂ ਕੰਪਲੈਕਸ ਨੰਬਰਸ ਦਾ ਇੱਕ ਇੱਕ ਕਰਕੇ ਮੋਡੂਲਸ ਫਾਈਂਡ ਕਰੀਏ ਤਾਂ ਇੱਕ ਬਿਊਟੀਫੁਲ ਪੈਟਰਨ ਜਿਹੜਾ ਸਾਨੂੰ ਉਹ ਦੇਖਣ ਨੂੰ ਮਿਲਦਾ ਹੈ। ਕਰਕੇ ਦੇਖਦੇ ਹਾਂ। ਸਪੋਜ਼ Z1 ਦਾ ਜਿਹੜਾ ਕੰਪਲੈਕਸ ਨੰਬਰ ਕਰੀਏ ਤਾਂ ਸਾਡੇ ਕੋਲ ਕੀ ਆਵੇਗਾ। ਸਾਨੂੰ ਪਤਾ ਹੈ ਕਿ ਕਿਸੇ ਵੀ ਕੰਪਲੈਕਸ ਨੰਬਰ ਦਾ ਮੋਡੂਲਸ ਪਤਾ ਕਰਨਾ ਹੋਵੇ ਤਾਂ ਉਹ ਕਿਵੇਂ ਆਵੇਗਾ। ਉਹ ਆਵੇਗਾ ਰੀਅਲ ਪਾਰਟ ਆਫ ਕੰਪਲੈਕਸ ਨੰਬਰ ਦਾ ਸਕੁਅਰ ਪਲਸ ਇਮੈਜਨਰੀ ਪਾਰਟ ਆਫ ਕੰਪਲੈਕਸ ਨੰਬਰ ਦਾ ਸਕੁਅਰ, ਅਤੇ ਉਹਨਾਂ ਸਭ ਦਾ ਸਕੁਅਰ ਰੂਟ। ਤਾਂ ਸਾਡੇ ਕੋਲ ਕਿੰਨਾ ਆ ਗਿਆ 3² 9 + 16। ਤਾਂ ਆਨਸਰ ਕਿੰਨਾ ਆ ਗਿਆ ਸਾਡੇ ਕੋਲ √25, ਜਿਸ ਨੂੰ ਅਸੀਂ 5 ਵੀ ਲਿਖ ਸਕਦੇ ਹਾਂ। ਹੁਣ Z2 ਵੱਲ ਵੱਧਦੇ ਹਾਂ। ਤਾਂ Z2 ਦਾ ਜਿਹੜਾ ਮੋਡੂਲਸ ਪਤਾ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਆਵੇਗਾ। ਉਹ ਆਵੇਗਾ ਸਕੁਅਰ ਰੂਟ ਆਫ ਰੀਅਲ ਪਾਰਟ ਦਾ ਸਕੁਅਰ ਪਲਸ ਇਮੈਜਨਰੀ ਪਾਰਟ ਕਿੰਨਾ ਸਾਡੇ ਕੋਲ -4 ਦਾ ਸਕੁਅਰ। ਤਾਂ ਕਿੰਨਾ ਆਨਸਰ ਆ ਗਿਆ ਸਾਡੇ ਕੋਲ 9 + 16। ਤਾਂ ਐਂਡ 'ਤੇ ਸਾਡੇ ਕੋਲ ਸਕੁਅਰ ਰੂਟ ਸੋਲਵ ਕਰਕੇ ਆ ਕਿੰਨਾ ਆਨਸਰ ਆ ਗਿਆ 5। ਹੁਣ ਰਾਜੇ Z3 ਦਾ ਮੋਡੂਲਸ ਫਾਈਂਡ ਆਊਟ ਕਰਦੇ ਹਾਂ। Z3 ਦਾ ਮੋਡੂਲਸ ਫਾਈਂਡ ਆਊਟ ਕਰਨ 'ਤੇ ਸਾਡੇ ਕੋਲ ਕੀ ਬਣਿਆ ਰੀਅਲ ਪਾਰਟ ਦਾ ਸਕੁਅਰ ਪਲਸ ਇਮੈਜਨਰੀ ਪਾਰਟ ਦਾ ਸਕੁਅਰ। ਤਾਂ ਸਾਡੇ ਕੋਲ ਕਿੰਨਾ ਆ ਗਿਆ 16 + 9। ਤਾਂ ਆਨਸਰ ਸਾਡੇ ਕੋਲ ਦੁਬਾਰਾ ਫਿਰ ਕਿੰਨਾ ਆ ਗਿਆ 5 ਆ ਗਿਆ। ਉਸ ਤੋਂ ਬਾਅਦ ਅਸੀਂ Z4 ਦਾ ਮੋਡੂਲਸ ਪਤਾ ਕਰਦੇ ਹਾਂ। Z4 ਦਾ ਮੋਡੂਲਸ ਸਾਡੇ ਕੋਲ ਕਿੰਨਾ ਆ ਗਿਆ। ਉਹ ਆ ਗਿਆ 4² ਪਲਸ -3 ਦਾ ਸਕੁਅਰ। ਤਾਂ ਆਨਸਰ ਕਿੰਨਾ ਆ ਗਿਆ ਸਾਡੇ ਕੋਲ ਦੁਬਾਰਾ ਤੋਂ 25 ਦਾ ਸਕੁਅਰ ਰੂਟ, ਜਿਸ ਨੂੰ ਅਸੀਂ 5 ਵੀ ਲਿਖ ਸਕਦੇ ਹਾਂ। ਅਗਰ ਗੱਲ ਕਰੀਏ Z5 ਦੇ ਮੋਡੂਲਸ ਦੀ ਤਾਂ ਰਾਜੇ ਸਾਨੂੰ ਪਤਾ ਹੈ ਅਸੀਂ 5 ਨੂੰ ਕੀ ਲਿਖ ਸਕਦੇ ਹਾਂ। ਅਸੀਂ 5 ਨੂੰ ਲਿਖ ਸਕਦੇ ਹਾਂ 5 + 0 ਆਇਟਾ। ਤਾਂ ਸਾਡੇ ਕੋਲ ਰੀਅਲ ਪਾਰਟ ਦਾ ਸਕੁਅਰ ਕਿੰਨਾ ਆ ਗਿਆ 5² ਅਤੇ ਇਮੈਜਨਰੀ ਪਾਰਟ ਦਾ ਸਕੁਅਰ ਕਿੰਨਾ ਆ ਗਿਆ 0। ਤਾਂ ਸਾਡੇ ਕੋਲ ਆਨਸਰ ਕਿੰਨਾ ਆ ਗਿਆ 25, ਅਤੇ ਇਸ ਨੂੰ ਲਿਖ ਸਕਦੇ ਹਾਂ ਫਿਰ ਤੋਂ 5। ਹੁਣ ਅਸੀਂ ਗੱਲ ਕਰੀਏ Z6 ਦੇ ਮੋਡੂਲਸ ਦੀ ਤਾਂ Z6 ਦਾ ਜਿਹੜਾ ਮੋਡੂਲਸ ਹੈ ਉਹ ਸਾਡੇ ਕੋਲ ਕਿੰਨਾ ਆ ਗਿਆ -5 ਦਾ ਹੋਲ ਸਕੁਅਰ ਪਲਸ 0, ਕਿਉਂਕਿ ਇਮੈਜਨਰੀ ਪਾਰਟ ਸਾਡੇ ਕੋਲ ਹੈ ਹੀ ਨਹੀਂ 0 ਹੈ। ਤਾਂ ਕਿੰਨਾ ਆ ਗਿਆ ਸਾਡੇ ਕੋਲ ਫਿਰ ਤੋਂ ਆਨਸਰ 5 ਆ ਗਿਆ। ਹੁਣ Z7 ਦਾ ਮੋਡੂਲਸ ਫਾਈਂਡ ਆਊਟ ਕਰੀਏ ਤਾਂ ਉਹ ਕਿੰਨਾ ਆਵੇਗਾ। ਉਹ ਆਵੇਗਾ 5 ਦਾ ਸਕੁਅਰ ਪਲਸ 0 ਦਾ ਸਕੁਅਰ। ਤਾਂ ਸਾਡੇ ਕੋਲ ਕਿੰਨਾ ਆਨਸਰ ਆ ਗਿਆ। ਉਹ ਵੀ ਆ ਗਿਆ 25, ਅਤੇ ਇਸ ਨੂੰ ਸੋਲਵ ਕਰਕੇ ਕਿੰਨਾ ਆਨਸਰ ਆ ਗਿਆ ਸਾਡੇ ਕੋਲ ਫਿਰ ਤੋਂ ਕਿੰਨਾ ਆ ਗਿਆ 5 ਆ ਗਿਆ। ਇਹ ਜੋ ਪੈਟਰਨ ਸਾਡੇ ਸਾਹਮਣੇ ਬਣ ਗਿਆ ਹੈ, ਇਸ ਤੋਂ ਅਸੀਂ ਕੀ ਸਮਝਦੇ ਹਾਂ। ਇਸ ਤੋਂ ਸਮਝਦੇ ਹਾਂ ਕਿ ਇੱਕ ਪੈਟਰਨ ਦੇ ਵਿੱਚ ਜੋ ਇਹ ਪੈਟਰਨ ਹੈ, ਇਸ ਤੋਂ ਅਸੀਂ ਸਮਝਦੇ ਹਾਂ ਕਿ ਇੱਕ ਤੋਂ ਜ਼ਿਆਦਾ ਜਿਹੜੇ ਕੰਪਲੈਕਸ ਨੰਬਰਸ ਨੇ
ਉਹਨਾਂ ਦੇ ਮੋਡੂਲਸ ਦੀ ਜਿਹੜੀ ਵੈਲਿਊ ਆ ਉਹ ਸੇਮ ਹੋ ਸਕਦੀ ਹੈ। ਤੁਸੀਂ ਦੇਖੋ Z1 Z2 Z3 Z4 Z5 Z6 Z7 ਇਹ ਸਾਰੇ ਅਲੱਗ-ਅਲੱਗ ਕੰਪਲੈਕਸ ਨੰਬਰਸ ਨੇ, ਲੇਕਿਨ ਇਹਨਾਂ ਸਾਰਿਆਂ ਦੇ ਜਿਹੜੇ ਮੋਡੂਲਸ ਦੀ ਵੈਲਿਊ ਹੈ ਉਹ ਕਿੰਨੀ ਆਈ ਹੈ 5 ਆਈ ਹੈ। ਵੈਲਿਊ ਕੀ ਆਈ ਸਾਡੇ ਕੋਲ ਸੇਮ ਆਈ ਹੈ 5। ਤਾਂ ਕਿ ਹੋਰ ਵੀ ਕੰਪਲੈਕਸ ਨੰਬਰਸ ਨੇ ਜਿਨ੍ਹਾਂ ਦਾ ਮੋਡੂਲਸ ਕਰਨ 'ਤੇ ਵੈਲਿਊ 5 ਆਵੇਗੀ। ਕਿ ਅਸੀਂ ਇੱਥੇ Z8 ਕੋਈ ਇੱਦਾਂ ਦਾ ਹੋਰ ਮੋਡੂਲਸ ਵੀ ਕੰਪਲੈਕਸ ਨੰਬਰ ਵੀ ਸਪੋਜ਼ ਕਰ ਸਕਦੇ ਹਾਂ। ਅਸੀਂ Z8 ਕੋਈ ਹੋਰ ਕੰਪਲੈਕਸ ਨੰਬਰ ਵੀ ਲੈ ਸਕਦੇ ਹਾਂ ਜਿਸ ਦਾ ਮੋਡੂਲਸ ਕਰਨ 'ਤੇ ਸਾਡੇ ਕੋਲ ਵੈਲਿਊ 5 ਆ ਜੂਗੀ। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਨੂੰ ਵੀਡੀਓ ਦੇ ਖਤਮ ਹੋਣ ਤੱਕ ਮਿਲ ਜਾਵੇਗਾ। ਕੁਝ ਐਗਜ਼ਾਮਪਲਸ ਜਿਹੜੀਆਂ ਅਸੀਂ ਦੇਖ ਲੈਂਦੇ ਹਾਂ। ਫਸਟ ਐਗਜ਼ਾਮਪਲ ਵਿੱਚ ਸਾਨੂੰ ਪੁੱਛਿਆ ਗਿਆ ਕਿ ਹਾਊ ਮੈਨੀ ਕੰਪਲੈਕਸ ਨੰਬਰਸ ਦੇਅਰ ਐਗਜ਼ਿਸਟ ਹੂਜ਼ ਮੋਡੂਲਸ ਇਜ਼ 5। ਅਸੀਂ ਦੱਸਣਾ ਕਿ ਕਿੰਨੇ ਕੰਪਲੈਕਸ ਨੰਬਰ ਇਹੋ ਜਿਹੇ ਹੋ ਸਕਦੇ ਨੇ ਜਿਨ੍ਹਾਂ ਦਾ ਮੋਡੂਲਸ ਜਿਹੜਾ ਉਹ 5 ਆਉਂਦਾ ਹੋਵੇ। ਜੋ ਅਸੀਂ ਹੁਣ ਪੜ੍ਹਿਆ ਅਸੀਂ ਬਿਊਟੀਫੁਲ ਪੈਟਰਨ ਜੋ ਅਸੀਂ ਪੜ੍ਹਿਆ ਤਾਂ ਅਸੀਂ ਉਸ 'ਚ ਦੇਖਿਆ ਕਿ ਬਹੁਤ ਸਾਰੇ ਕੰਪਲੈਕਸ ਨੰਬਰ ਨੇ ਜਿਨ੍ਹਾਂ ਦਾ ਮੋਡੂਲਸ ਜਿਹੜਾ 5 ਆ ਰਿਹਾ ਸੀ, ਲੇਕਿਨ ਉਹ ਕਿੰਨੇ ਹੋ ਸਕਦੇ ਨੇ? 7 ਹੋ ਸਕਦੇ ਨੇ, 20 ਹੋ ਸਕਦੇ ਨੇ, ਇਨਫਾਈਨਾਈਟ ਹੋ ਸਕਦੇ ਨੇ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਜਿਹੜਾ ਇਹ ਕੁਐਸਚਨ ਹੈ ਇਸ ਦਾ ਅਸੀਂ ਆਨਸਰ ਜੋ ਹੈ ਜਿਓਮੈਟਰੀਕਲ ਰਿਪਰੈਜ਼ੈਂਟੇਸ਼ਨ ਆਫ ਮੋਡੂਲਸ ਹੋਣਾ ਸੀ ਜੋ ਨੈਕਸਟ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਹੀ ਤੁਸੀਂ ਉਹਦਾ ਆਨਸਰ ਦੇ ਦੋਗੇ। ਨੈਕਸਟ ਜਿਹੜਾ ਕੁਐਸਚਨ ਹੈ ਉਹ ਹੈਗਾ ਕਿ ਹਾਊ ਮੈਨੀ ਨੰਬਰ ਆਫ ਕੰਪਲੈਕਸ ਨੰਬਰਸ ਦੇਅਰ ਐਗਜ਼ਿਸਟ ਹੂਜ਼ ਮੋਡੂਲਸ ਇਜ਼ -5। ਧਿਆਨ ਨਾਲ ਪੜ੍ਹਨਾ ਜੀ ਇਹਨੂੰ। ਉੱਥੇ ਲਿਖਿਆ ਹੈ ਕਿ -5 ਜਿਹੜਾ ਹੈ ਉਹ ਮੋਡੂਲਸ ਹੋਣਾ ਚਾਹੀਦਾ ਹੈ। ਇਹੋ ਜਿਹੇ ਕਿੰਨੇ ਕੰਪਲੈਕਸ ਨੰਬਰਸ ਜਿਹੜੇ ਨੇ ਇਹ ਹੋ ਸਕਦੇ ਨੇ। ਰਾਜੇ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਨੋਟ ਲਿਖਵਾਇਆ ਸੀ ਪਿੱਛੇ ਜੇ। ਨੋਟ ਕੀ ਸੀਗਾ ਕਿ ਕੋਈ ਵੀ ਕੰਪਲੈਕਸ ਨੰਬਰ ਹੈ ਅਗਰ ਅਸੀਂ ਉਸ ਦਾ ਮੋਡੂਲਸ ਫਾਈਂਡ ਆਊਟ ਕਰਾਂਗੇ ਤਾਂ ਉਹ ਜਿਹੜਾ ਉਹ ਕੀ ਹੁੰਦਾ ਹਮੇਸ਼ਾ, ਸੋਚ ਕੇ ਦੇਖੋ, ਤਾਂ ਉਹ ਹੁੰਦਾ ਹੈ ਹਮੇਸ਼ਾ ਗ੍ਰੇਟਰ ਦੈਨ ਐਂਡ ਇਕੁਅਲ ਟੂ 0। ਕਿਉਂ? ਕਿਉਂਕਿ ਸਾਨੂੰ ਪਤਾ ਹੈ ਮੋਡੂਲਸ ਕੀ ਹੈ, ਡਿਸਟੈਂਸ ਹੈ ਓਰੀਜਨ ਤੋਂ ਲੈ ਕੇ ਪੁਆਇੰਟ ਤੱਕ ਦਾ ਜਿਹੜਾ ਅਸੀਂ ਕੰਪਲੈਕਸ ਨੰਬਰ ਨੂੰ ਕੰਪਲੈਕਸ ਨੰਬਰ ਤੋਂ ਅਸੀਂ ਜਿਹੜਾ ਪੁਆਇੰਟ ਸਪੋਜ਼ ਕਰਕੇ ਆਰਗਨ ਪਲੇਨ ਦੇ ਵਿੱਚ ਲਿਖਿਆ। ਤਾਂ ਅਸੀਂ ਕਿਹਾ ਸੀ ਕਿ ਡਿਸਟੈਂਸ ਕਦੇ ਵੀ ਨੈਗੇਟਿਵ ਨਹੀਂ ਹੋ ਸਕਦਾ, ਇਸ ਕਰਕੇ ਉਹ ਮੋਡੂਲਸ ਜਿਹੜਾ ਹਮੇਸ਼ਾ ਗ੍ਰੇਟਰ ਦੈਨ ਐਂਡ ਇਕੁਅਲ ਟੂ ਕੀ ਹੋਵੇਗਾ 0 ਦੇ ਹੋਵੇਗਾ। ਤਾਂ ਤੁਸੀਂ ਹੁਣ ਆਪ ਦੱਸਣਾ ਹੈ, ਆਪ ਸੋਚਣਾ ਹੈ ਕਿ ਜਿਹੜਾ ਸੈਕਿੰਡ ਕੁਐਸਚਨ ਹੈ ਇਹਦਾ ਆਨਸਰ ਕੀ ਆਏਗਾ ਕਿ -5 ਵਾਲੇ ਮੋਡੂਲਸ ਦੇ ਕਿੰਨੇ ਕੰਪਲੈਕਸ ਨੰਬਰ ਐਗਜ਼ਿਸਟ ਕਰਦੇ ਨੇ? 5 ਨੇ, 0 ਨੇ, ਇਨਫਾਈਨਾਈਟ ਨੇ ਜਾਂ ਫਿਰ ਨਨ ਆਫ ਦੀ ਦੀਜ਼ ਹੈ। ਥਰਡ ਜਿਹੜਾ ਕੁਐਸਚਨ ਹੈ ਅਸੀਂ ਥਰਡ ਕੁਐਸਚਨ ਦੇ ਵਿੱਚ ਕੀ ਪੁੱਛਿਆ ਕਿ ਹਾਊ ਮੈਨੀ ਕੰਪਲੈਕਸ ਨੰਬਰਸ ਐਗਜ਼ਿਸਟ ਹੈਵਿੰਗ ਮੋਡੂਲਸ 0। ਤਾਂ 0 ਮੋਡੂਲਸ ਵਾਲੇ ਕਿੰਨੇ ਕੰਪਲੈਕਸ ਨੰਬਰ ਸਾਡੇ ਕੋਲ ਨੇ ਐਗਜ਼ਿਸਟ ਕਰਦੇ ਨੇ। ਹੁਣ ਰਾਜੇ ਤੁਸੀਂ ਜਿਹੜਾ ਥਰਡ ਕੁਐਸਚਨ ਹੈ, ਥਰਡ ਕੁਐਸਚਨ ਦੇ ਵਿੱਚ ਸਾਨੂੰ ਪਤਾ ਹੈ ਕਿ ਸਪੋਜ਼ ਸਾਡੇ ਕੋਲ ਕੋਈ ਕੰਪਲੈਕਸ ਨੰਬਰ ਹੈ x + i ਤਾਂ ਅਸੀਂ ਇਹਦਾ ਮੋਡੂਲਸ ਕਿਸ ਤਰ੍ਹਾਂ ਫਾਈਂਡ ਆਊਟ ਕੀਤਾ ਸੀ? ਉਹ ਕੀਤਾ ਸੀਗਾ ਸਕੁਏਅਰ ਰੂਟ ਆਫ x² + y² ਫਾਰਮੂਲੇ ਦੇ ਨਾਲ। x ਜਿਹੜਾ ਸਾਡੇ ਕੋਲ ਰੀਅਲ ਪਾਰਟ ਆਫ z ਨੂੰ ਰਿਪਰੈਜ਼ੈਂਟ ਕਰ ਰਿਹਾ, y ਰਿਪਰੈਜ਼ੈਂਟ ਕਰ ਰਿਹਾ ਹੈ ਇਮੈਜਨਰੀ ਪਾਰਟ ਆਫ z ਨੂੰ। ਤਾਂ ਰਾਜੇ ਅਗਰ ਤੁਸੀਂ ਇੱਥੇ ਧਿਆਨ ਦਿਓ ਕਿ ਸਾਨੂੰ ਜਿਹੜਾ ਹੈ ਉਹ ਮੋਡੂਲਸ ਆਫ z ਜਿਹੜਾ ਹੈ ਉਹ ਕਿੰਨਾ ਆਉਣਾ ਚਾਹੀਦਾ? ਉਹ ਆਉਣਾ ਚਾਹੀਦਾ 0 ਆਉਣਾ ਚਾਹੀਦਾ। ਅਤੇ ਜਿਹੜਾ ਮੋਡੂਲਸ ਆਫ z ਹੈ ਉਹ 0 ਕਦੋਂ ਆਊਗਾ? ਕਿਹੜੇ ਕਿਹੜੇ ਕੇਸ 'ਚ 0 ਆ ਸਕਦਾ ਹੈ? ਰਾਜੇ ਤੁਹਾਨੂੰ ਪਤਾ ਹੈ ਆ ਜਿਹੜਾ x² ਹੈ ਇਹ ਜਦੋਂ 0 ਆਊਗਾ, ਜਿਹੜਾ y² ਹੈ ਇਹ ਜਦੋਂ 0 ਆਊਗਾ, ਅਸੀਂ ਉਦੋਂ ਹੀ ਕਹਿ ਸਕਦੇ ਹਾਂ ਕਿ ਜਿਹੜਾ ਸਾਡੇ ਕੋਲ ਮੋਡੂਲਸ ਹੈ ਉਹ 0 ਆ ਸਕਦਾ। ਕਿਉਂਕਿ ਜਿਹੜੇ x ਅਤੇ y ਨੇ, x² ਅਤੇ y² ਨੇ, ਇਹ ਜਿਹੜੇ ਸਾਡੇ ਕੋਲ ਕੀ ਨੇ, ਇਹ ਨੋਨ ਨੈਗੇਟਿਵ ਨੰਬਰਸ ਨੇ, ਨੋਨ ਨੈਗੇਟਿਵ ਨੇ, ਕਿਉਂਕਿ ਸਕੇਅਰ ਕਦੇ ਵੀ ਨੈਗੇਟਿਵ ਨਹੀਂ ਹੋ ਸਕਦਾ। ਤਾਂ ਜੇ ਨੈਗੇਟਿਵ ਨਹੀਂ ਹੋ ਸਕਦਾ ਤਾਂ ਫਿਰ ਕੈਂਸਲ ਆਊਟ ਹੋ ਕੇ 0 ਤਾਂ ਬਣ ਹੀ ਨਹੀਂ ਸਕਦੇ। ਤਾਂ ਆਪਣੇ ਕੋਲ ਸਿਰਫ ਇੱਕ ਹੀ ਕੇਸ ਬਣਦਾ, ਉਹ ਕਿਹੜਾ ਕੇਸ ਬਣਦਾ ਵੀ ਜਿਹੜੀ x² ਅਤੇ y² ਦੀ ਵੈਲਿਊ ਕਿੰਨੀ ਆ ਜਾਏ? 0 ਆ ਜਾਏ। ਹੁਣ x² ਦੀ ਵੈਲਿਊ ਜੇ 0 ਹੈ ਤਾਂ ਮਤਲਬ x ਦੀ ਵੈਲਿਊ 0 ਆਉਣੀ ਚਾਹੀਦੀ ਹੈ, ਅਤੇ ਜੇ y² ਦੀ ਵੈਲਿਊ 0 ਹੈ ਤਾਂ ਮਤਲਬ y ਦੀ ਵੈਲਿਊ 0 ਆਉਣੀ ਚਾਹੀਦੀ ਹੈ। ਤਾਂ ਹੁਣ ਇੱਥੇ ਕਹਾਂਗੇ ਜਦੋਂ x ਵੀ 0 ਹੈ ਅਤੇ y ਵੀ 0 ਹੈ ਉਦੋਂ ਸਾਡਾ ਮੋਡੂਲਸ ਕੀ ਆਊਗਾ? 0 ਜਿਹੜਾ ਆ ਜਾਊਗਾ। ਤਾਂ ਇੱਥੋਂ ਇੱਕ ਨਾ ਬਹੁਤ ਹੀ ਇੰਪੋਰਟੈਂਟ ਜਿਹੜਾ ਹੈ ਆਪਣੇ ਕੋਲ ਪ੍ਰੋਪਰਟੀ ਕਹਿ ਲਓ ਜਾਂ ਫਿਰ ਕੋਈ ਵੀ ਇੰਪੋਰਟੈਂਟ ਨੋਟ ਕਹਿ ਲਓ ਆਪਣੇ ਕੋਲ ਆ ਜਾਂਦਾ ਰਾਜੇ ਕਿ ਜਿਹੜਾ ਮੋਡੂਲਸ ਹੈ ਕਿਸੇ ਵੀ ਕੰਪਲੈਕਸ ਨੰਬਰ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਇਹ ਬਹੁਤ ਯੂਜ਼ ਹੁੰਦਾ ਹੈ ਅੱਗੇ ਕੁਐਸਚਨ ਦੇ ਵਿੱਚ। ਕਹਿੰਦੇ ਕੋਈ ਵੀ ਕੰਪਲੈਕਸ ਨੰਬਰ ਆ ਉਹਦਾ ਮੋਡੂਲਸ 0 ਕਦੋਂ ਹੋਊਗਾ? ਜਦੋਂ ਆਪਾਂ ਕਵਾਂਗੇ ਕਿ x ਵੀ 0 ਹੈ ਅਤੇ y ਵੀ 0 ਹੈ। ਹੁਣ ਰਾਜੇ ਇੱਥੇ x ਵੀ 0 ਪੁੱਟ ਕਰ ਦਿਓ ਅਤੇ y ਵੀ 0 ਪੁੱਟ ਕਰ ਦਿਓ ਤਾਂ ਆਪਣੇ ਕੋਲ z ਕਿੰਨਾ ਆ ਗਿਆ? 0। ਤਾਂ ਆਪਾਂ ਕੀ ਕਹਿ ਸਕਦੇ ਹਾਂ ਦੂਜੇ ਸ਼ਬਦਾਂ ਵਿੱਚ ਕਿ ਮੋਡੂਲਸ ਆਫ ਐਨੀ ਕੰਪਲੈਕਸ ਨੰਬਰ ਇਜ਼ 0 ਵੈਨ z = 0।
ਅਸੀਂ ਸਭ ਤੋਂ ਪਹਿਲਾਂ ਜਿਓਮੈਟਰੀਕਲ ਰਿਪਰੈਜ਼ੈਂਟੇਸ਼ਨ ਆਫ ਕੰਪਲੈਕਸ ਨੰਬਰ ਨੂੰ ਪੜ੍ਹਿਆ। ਫਿਰ ਅਸੀਂ ਜਿਓਮੈਟਰੀਕਲ ਰਿਪਰੈਜ਼ੈਂਟੇਸ਼ਨ ਆਫ ਕੰਜੂਗੇਟ ਆਫ ਕੰਪਲੈਕਸ ਨੰਬਰ ਨੂੰ ਪੜ੍ਹਿਆ, ਜੋ ਕਿ ਖੁਦ ਇੱਕ ਕੰਪਲੈਕਸ ਨੰਬਰ ਹੁੰਦਾ ਹੈ। ਤੇ ਅਸੀਂ ਹੁਣ ਕਰਨ ਜਾ ਰਹੇ ਹਾਂ ਜਿਓਮੈਟਰੀਕਲ ਰਿਪਰੈਜ਼ੈਂਟੇਸ਼ਨ ਆਫ ਮੋਡੂਲਸ ਨੂੰ। ਸਭ ਤੋਂ ਇੰਪੋਰਟੈਂਟ ਤੇ ਮੇਰਾ ਫੇਵਰੇਟ ਟੌਪਿਕ ਹੈ। ਇਹ ਟੌਪਿਕ ਵਿੱਚ ਹਰ ਸਾਲ ਕੁਐਸਚਨ ਆਉਂਦਾ ਹੀ ਆਉਂਦਾ ਹੈ। ਲਾਸਟ ਵੀਡੀਓ ਜਿਓਮੈਟਰੀਕਲ ਰਿਪਰੈਜ਼ੈਂਟੇਸ਼ਨ ਆਫ ਕੰਜੂਗੇਟ ਵਿੱਚ ਅਸੀਂ 4 ਟਰਮਸ ਬਾਰੇ ਪੜ੍ਹਿਆ ਸੀ। ਕਿਹੜੀ ਟਰਮਸ ਸੀਗੀਆਂ? ਉਹ ਟਰਮਸ ਸੀਗੀਆਂ ਸਾਡੇ ਕੋਲ z, z ਬਾਰ, -z ਤੇ -z ਬਾਰ। ਇਹਨਾਂ 4 ਟਰਮਸ ਬਾਰੇ ਅਸੀਂ ਆਲਰੇਡੀ ਡਿਸਕਸ ਕੀਤਾ। ਇਸ ਵੀਡੀਓ ਨੂੰ ਅਸੀਂ, ਜੇ ਤੁਸੀਂ ਨਹੀਂ ਦੇਖਿਆ ਤਾਂ ਉੱਪਰ ਆ ਰਹੇ ਆਈਕਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ। z ਬਾਰ, -z ਤੇ -z ਬਾਰ ਦੇ ਕਨਸੈਪਟ ਦੀ ਵਰਤੋਂ ਅਸੀਂ ਇਸ ਟੌਪਿਕ ਵਿੱਚ ਵੀ ਕਰਾਂਗੇ। ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਪੋਜੀਸ਼ਨਸ ਨੂੰ, z ਤੇ z ਬਾਰ, -z ਤੇ -z ਬਾਰ ਦੀ ਨੂੰ। ਹੁਣ ਅਸੀਂ ਅਗਰ z ਬਾਰ, -z ਤੇ -z ਬਾਰ ਦਾ ਮੋਡੂਲਸ ਕਰੀਏ ਤਾਂ ਸਾਡੇ ਕੋਲ ਕੀ ਆਵੇਗਾ, ਉਹ ਦੇਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਮੋਡੂਲਸ ਫਾਈਂਡ ਆਊਟ ਕਰਦੇ ਹਾਂ z ਦਾ। ਸਾਨੂੰ ਪਤਾ ਹੈ z ਬਰਾਬਰ ਹੁੰਦਾ ਹੈ x ਪਲਸ ਆਈਟਾ y ਦੇ, ਤੇ ਸਾਨੂੰ ਪਤਾ ਹੈ ਜਿਹੜਾ ਮੋਡੂਲਸ ਹੈ ਇਹਦੇ ਪੁਆਇੰਟਸ ਨੇ ਉਹ ਕੀ ਹੋਣਗੇ, x, y। ਇਹਨੂੰ ਐਜ਼ ਅ ਪੁਆਇੰਟ ਰਿਪਰੈਜ਼ੈਂਟ ਕਰਨਾ ਹੋਵੇ ਤਾਂ ਇਹ ਹੋਵੇਗਾ x, y। ਤਾਂ ਮੋਡੂਲਸ ਆਫ z ਸਾਡੇ ਕੋਲ ਕਿਸ ਦੇ ਬਰਾਬਰ ਆ ਜਾਏਗਾ? ਉਹ ਆ ਜਾਏਗਾ x² ਪਲਸ y² ਦੇ ਬਰਾਬਰ। ਹੁਣ ਅਸੀਂ ਅਗਰ ਮੋਡੂਲਸ ਪਤਾ ਕਰਨਾ ਹੋਵੇ -z ਦਾ, ਮੈਂ ਇੱਥੇ ਲਾਈਨ ਲਗਾ ਲੈਣਾ। ਅਗਰ ਮੋਡੂਲਸ ਪਤਾ ਕਰਨਾ ਹੋਵੇ -z ਦਾ, -z ਕਿਸ ਦੇ ਬਰਾਬਰ ਹੈ? ਸਾਨੂੰ ਪਤਾ ਹੈ -z ਬਰਾਬਰ ਹੈ -x ਆਈਟਾ y ਦੇ। ਤੇ -z ਦਾ ਜਿਹੜਾ ਮੋਡੂਲਸ ਹੈ ਉਹ ਕਿਸ ਦੇ ਬਰਾਬਰ ਆ ਜਾਏਗਾ? ਉਹ ਆ ਜਾਏਗਾ -x ਦਾ ਸਕੁਅਰ, ਜਿਸ ਨੂੰ ਮੈਂ x² ਵੀ ਲਿਖ ਸਕਦਾ ਹਾਂ, ਤੇ ਪਲੱਸ ਕਿਹਦੇ ਆਏਗਾ? -y ਦਾ ਸਕੁਅਰ, ਜਿਸ ਨੂੰ ਮੈਂ y² ਵੀ ਲਿਖ ਸਕਦਾ ਹਾਂ। ਤਾਂ ਸਾਡੇ ਕੋਲ z ਤੇ -z ਦਾ ਮੋਡੂਲਸ ਜਿਹੜਾ ਉਹ ਆਪਾਂ ਫਾਈਂਡ ਆਊਟ ਕਰ ਲਿਆ ਹੈ। ਹੁਣ ਅਸੀਂ ਫਾਈਂਡ ਆਊਟ ਕਰਦੇ ਹਾਂ ਮੋਡੂਲਸ ਆਫ z ਬਾਰ। ਸਾਨੂੰ ਪਤਾ z ਬਾਰ ਕਿਹਦੇ ਬਰਾਬਰ ਹੁੰਦਾ ਹੈ? ਉਹ ਹੁੰਦਾ ਹੈ x ਆਈਟਾ y ਦੇ। ਤੇ z ਬਾਰ ਦਾ ਜਿਹੜਾ ਮੋਡੂਲਸ ਹੈ ਉਹ ਕਿੰਨਾ ਆਊਗਾ? ਉਹ ਆਊਗਾ ਸਾਡੇ ਕੋਲ x² ਪਲਸ -y², ਜਿਸ ਨੂੰ ਮੈਂ y² ਵੀ ਲਿਖ ਸਕਦਾ ਹਾਂ। ਲਾਸਟ ਤੇ ਅਸੀਂ ਫਾਈਂਡ ਆਊਟ ਕਰਦੇ ਹਾਂ ਮੋਡੂਲਸ ਕਿਸ ਦਾ? ਮੋਡੂਲਸ ਆਫ -z ਬਾਰ ਦਾ। ਸਾਨੂੰ ਪਤਾ ਹੈ -z ਬਾਰ ਸਾਡੇ ਕੋਲ ਕਿਸ ਦੇ ਬਰਾਬਰ ਹੁੰਦਾ ਹੈ? ਉਹ ਬਰਾਬਰ ਹੁੰਦਾ ਹੈ -x ਪਲਸ ਆਈਟਾ y ਦੇ। ਤੇ -z ਬਾਰ ਦਾ ਅਗਰ ਅਸੀਂ ਮੋਡੂਲਸ ਫਾਈਂਡ ਆਊਟ ਕਰੀਏ ਤਾਂ ਉਹ ਆਪਣੇ ਕੋਲ ਆ ਜਾਏਗਾ ਸਕੁਅਰ ਰੂਟ ਆਫ -x ਦਾ ਸਕੁਅਰ, ਜਿਸ ਨੂੰ ਮੈਂ x² ਵੀ ਲਿਖ ਸਕਦਾ ਕਿਉਂਕਿ ਸਕੁਅਰ ਨਾਲ ਮਾਈਨਸ ਕੈਂਸਲ ਆਊਟ ਹੋ ਜਾਏਗਾ, ਪਲਸ y²। ਤਾਂ ਰਾਜੇ ਸਾਨੂੰ ਕੀ ਦੇਖਣ ਨੂੰ ਮਿਲ ਰਿਹਾ? ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਜਿਹੜਾ ਮੋਡੂਲਸ ਹੈ z ਦਾ, z ਬਾਰ ਦਾ, -z ਦਾ ਤੇ -z ਬਾਰ ਦਾ, ਉਹਨਾਂ ਦੀ ਜਿਹੜੀ ਵੈਲਿਊ ਹੈ ਉਹ ਕੀ ਆ ਰਹੀ ਹੈ? ਸੇਮ ਆ ਰਹੀ ਹੈ। ਉਹਦੀ ਵੈਲਿਊ ਕੀ ਆ ਰਹੀ ਹੈ? ਸੇਮ ਆ ਰਹੀ ਹੈ। ਤੁਹਾਡੇ ਸਾਹਮਣੇ ਹੈ ਕਿ ਜਿਹੜਾ z ਮੋਡੂਲਸ ਹੈ ਉਹਦੀ ਵੈਲਿਊ ਕਿਹਦੇ ਬਰਾਬਰ ਆ ਰਹੀ ਹੈ? -z ਦੇ ਮੋਡੂਲਸ ਦੇ। ਕਿਹਦੇ ਬਰਾਬਰ ਆ ਰਹੀ ਹੈ? z ਬਾਰ ਦੇ ਮੋਡੂਲਸ ਦੇ, ਤੇ ਬਰਾਬਰ ਹੈ -z ਬਾਰ ਦੇ ਮੋਡੂਲਸ ਦੇ। ਤਾਂ ਇਹਨਾਂ ਚਾਰਾਂ ਦੀ ਜਿਹੜੀ ਵੈਲਿਊਜ਼ ਨੇ ਇੱਕ ਦੂਸਰੇ ਦੇ ਕੀ ਨੇ? ਬਰਾਬਰ ਨੇ। ਇਹ ਅਸੀਂ ਇਸ ਚੀਜ਼ ਤੋਂ ਫਾਈਂਡ ਆਊਟ ਕੀਤਾ। ਹੁਣ ਅਗਰ ਅਸੀਂ ਧਿਆਨ ਨਾਲ ਦੇਖੀਏ ਰਾਜੇ, ਤਾਂ ਜਿਹੜੇ ਪੁਆਇੰਟਸ ਨੇ z ਬਾਰ, -z ਤੇ -z ਬਾਰ, ਇਹ ਸਾਰੇ ਕਿੱਥੇ ਲਾਈ ਕਰ ਰਹੇ ਨੇ? ਇਹ ਸੇਮ ਸਰਕਲ ਤੇ ਹੀ ਲਾਈ ਕਰ ਰਹੇ ਨੇ। ਤੇ ਸਾਨੂੰ ਪਤਾ ਹੈ ਓਰੀਜਨ ਤੋਂ ਲੈ ਕੇ ਜਿਹੜਾ ਡਿਸਟੈਂਸ ਹੁੰਦਾ ਸਰਕਲ ਤੱਕ ਹੁੰਦਾ ਰਿਪਰੈਜ਼ੈਂਟ ਕਰਦਾ ਰੇਡੀਅਸ ਨੂੰ। ਤਾਂ ਆਹ ਸਾਰਾ ਰੇਡੀਅਸ ਹੀ ਹੈ। ਤਾਂ ਸਾਨੂੰ ਪਤਾ ਲੱਗ ਗਿਆ ਵੀ ਜਿਹੜਾ ਆਹ ਮੋਡੂਲਸ ਹੈ, ਇੱਥੋਂ ਸਾਨੂੰ ਪਤਾ ਲੱਗ ਗਿਆ ਕਿ ਜਿਹੜਾ ਮੋਡੂਲਸ ਹੈ ਰਾਜੇ, ਉਹ ਮੋਡੂਲਸ ਕਿਹਦੇ ਬਰਾਬਰ ਹੁੰਦਾ ਹੈ? ਉਹ ਬਰਾਬਰ ਹੁੰਦਾ ਹੈ ਰੇਡੀਅਸ ਦੇ। ਅਸੀਂ ਕੀਤਾ ਸੀਗਾ ਕਿ ਸਰਕਲ ਦਾ ਪੁਆਇੰਟ ਦਾ ਜਿਹੜਾ ਡਿਸਟੈਂਸ ਹੈ ਓਰੀਜਨ ਤੋਂ, ਉਸਨੂੰ ਅਸੀਂ ਮੋਡੂਲਸ ਕਿਹਾ। ਜਦੋਂ ਅਸੀਂ ਇਸ ਨੂੰ ਸਰਕਲ ਦੇ ਉੱਪਰ ਰਿਪਰੈਜ਼ੈਂਟ ਕੀਤਾ ਪੁਆਇੰਟਸ ਨੂੰ, ਤਾਂ ਅਸੀਂ ਦੇਖਿਆ ਹੈ ਵੀ ਜਿਹੜੇ ਇਹਨਾਂ z ਨੇ, z ਬਾਰ ਤੇ -z ਤੇ -z ਬਾਰ ਨੇ, ਇਹਨਾਂ ਸਾਰਿਆਂ ਦੇ ਮੋਡੂਲਸ ਕੀ ਆ ਰਹੇ ਨੇ? ਸੇਮ ਆ ਰਹੇ ਨੇ। ਤੇ ਜੇ ਇਹ ਮੋਡੂਲਸ ਜਿਹੜਾ ਹੈ ਸਾਡੇ ਕੋਲ, ਉਹ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ? ਉਹ ਰਿਪਰੈਜ਼ੈਂਟ ਕਰ ਰਿਹਾ ਰੇਡੀਅਸ ਨੂੰ। ਕਿਸ ਹੈ? ਓਰੀਜਨ ਤੋਂ ਲੈ ਕੇ ਇਸ ਪੁਆਇੰਟ ਤੱਕ ਦਾ ਜਿਹੜਾ ਡਿਸਟੈਂਸ ਹੈ ਉਹ ਆਪਣੇ ਕੋਲ ਕੀ ਹੈ? r ਹੈ, ਰੇਡੀਅਸ ਹੈ। ਤਾਂ ਸਾਡੇ ਕੋਲ ਬਹੁਤ ਹੀ ਇੰਪੋਰਟੈਂਟ ਕੀ ਰਿਜ਼ਲਟ ਨਿਕਲ ਕੇ ਆਇਆ? ਉਹ ਨਿਕਲ ਕੇ ਆਇਆ ਕਿ ਕਿਸੇ ਵੀ ਕੰਪਲੈਕਸ ਨੰਬਰ ਦਾ ਰੇਡੀਅਸ ਮੋਡੂਲਸ ਜੋ ਹੈ ਉਹ ਕਿਹਦੇ ਬਰਾਬਰ ਹੁੰਦਾ ਹੈ? ਰੇਡੀਅਸ ਆਫ ਸਰਕਲ ਦੇ ਬਰਾਬਰ ਹੁੰਦਾ ਹੈ। ਉਹ ਸਰਕਲ ਦਾ ਰੇਡੀਅਸ ਜਿਸ ਸਰਕਲ ਦੇ ਉੱਪਰ ਉਹ ਕੰਪਲੈਕਸ ਨੰਬਰ ਦਾ ਪੁਆਇੰਟ ਜਿਹੜਾ ਲਾਈ ਕਰ ਰਿਹਾ। ਹੁਣ z ਜਿਹੜਾ ਹੈ, z ਦਾ ਜਿਹੜਾ ਪੁਆਇੰਟ ਹੈ ਆਹ, ਉਹ ਸਰਕਲ ਦੇ ਉੱਪਰ ਲਾਈ ਕਰ ਰਿਹਾ, ਤੇ ਇਹਦਾ ਜਿਹੜਾ ਮੋਡੂਲਸ ਹੈ ਉਹ ਕਿਹਦੇ ਬਰਾਬਰ ਆ ਗਿਆ? ਰੇਡੀਅਸ ਦੇ ਬਰਾਬਰ ਆ ਗਿਆ। ਤੇ ਸਾਨੂੰ ਪਤਾ ਹੈ z ਮੋਡੂਲਸ ਦੀ ਵੈਲਿਊ ਕਿੰਨੀ ਹੁੰਦੀ ਹੈ? ਉਹ ਹੁੰਦੀ ਹੈ ਸਕੁਅਰ ਰੂਟ ਆਫ x² ਪਲਸ y² ਦੇ ਬਰਾਬਰ ਹੁੰਦੀ ਹੈ। ਤਾਂ ਸਾਨੂੰ ਕੀ ਆ ਗਿਆ ਇੱਥੋਂ? ਰੇਡੀਅਸ ਵੀ ਕਿਹਦੇ ਬਰਾਬਰ ਆ ਗਿਆ ਆਪਣੇ ਕੋਲ?
ਉਹ ਆ ਗਿਆ ਰਾਜੇ ਸਕੁਏਅਰ ਰੂਟ ਆਫ x ਸਕੁਏਅਰ ਪਲੱਸ y ਸਕੁਏਅਰ ਦੇ ਇਕੁਅਲ ਤੇ ਬਰਾਬਰ ਹੈ ਮੋਡੂਲਸ ਆਫ z। ਇਹ ਆਪਣੇ ਕੋਲ ਮੋਸਟ ਇੰਪੋਰਟੈਂਟ ਜਿਹੜਾ ਰਿਜ਼ਲਟ ਆਪਾਂ ਇੱਥੋਂ ਫਾਈਂਡ ਆਊਟ ਕਰ ਲਿਆ। ਤਾਂ ਅਸੀਂ ਇਹ ਰਿਜ਼ਲਟ ਫਾਈਂਡ ਆਊਟ ਕੀਤਾ ਕਿ ਜਿਹੜਾ ਰੇਡੀਅਸ ਹੁੰਦਾ ਹੈ ਉਹ ਮੋਡੂਲਸ ਦੇ ਬਰਾਬਰ ਹੁੰਦਾ ਹੈ ਤੇ ਇਸ ਸਰਕਲ ਦੇ ਉੱਪਰ ਰਾਜੇ ਅਗਰ ਤੁਸੀਂ ਜਿੰਨੇ ਵੀ ਪੁਆਇੰਟ ਲਓਗੇ, ਜਿੰਨੇ ਵੀ ਪੁਆਇੰਟ ਇਸ ਸਰਕਲ ਦੇ ਉੱਪਰ ਲਾਓਗੇ ਉਹਨਾਂ ਸਾਰੇ ਜਿਹੜੇ ਸਰਕਲ ਦਾ ਰੇਡੀਅਸ ਜਿਹੜਾ ਉਹ ਸੇਮ ਹੋਵੇਗਾ, ਮਤਲਬ ਓਰੀਜਨ ਤੋਂ ਜਿਹੜਾ ਡਿਸਟੈਂਸ ਹੋਵੇਗਾ ਸੇਮ ਹੋਵੇਗਾ। ਸਪੋਜ਼ ਮੈਂ ਇੱਥੇ ਕੋਈ ਪੁਆਇੰਟ ਲੈ ਲਿੱਤਾ n, ਤਾਂ ਓਰੀਜਨ ਤੋਂ ਜਿਹੜਾ ਆਹ ਡਿਸਟੈਂਸ ਹੈ ਉਹ ਵੀ ਤਾਂ r ਹੀ ਹੋਵੇਗਾ ਨਾ। ਸਪੋਜ਼ ਮੈਂ ਇੱਥੇ ਕੋਈ ਪੁਆਇੰਟ ਲੈ ਲਿੱਤਾ m, ਤਾਂ OM ਦਾ ਜਿਹੜਾ ਡਿਸਟੈਂਸ ਹੈ ਉਹ ਵੀ ਤਾਂ r ਹੀ ਹੋਵੇਗਾ ਨਾ, ਰੇਡੀਅਸ ਹੀ ਹੋਵੇਗਾ। ਤਾਂ ਮੈਂ ਇੱਥੋਂ ਇਹ ਸਿੱਟੇ ਤੇ ਨਿਕਲਦਾ, ਇਹ ਸਿੱਟੇ ਤੇ ਪਹੁੰਚਦੇ ਹਾਂ ਕਿ ON ਤੇ OM ਬਰਾਬਰ ਨੇ, ਮਤਲਬ ਜਿਹੜਾ ਡਿਸਟੈਂਸ ON ਦਾ ਉਹੀ OM ਦਾ, ਮਤਲਬ ਕਿ ਮੋਡੂਲਸ ਜਿਹੜਾ ਉਹ ਸੇਮ ਹੈ। ਤਾਂ ਰਾਜੇ ਹੁਣ ਆਪਾਂ ਇੱਕ ਕੁਐਸਚਨ ਪੜ੍ਹਿਆ ਸੀ ਆ ਬਿਊਟੀਫੁਲ ਪੈਟਰਨ ਦੇ ਵਿੱਚ ਕਿ ਕਿੰਨੇ ਇਹੋ ਜਿਹੇ ਕੰਪਲੈਕਸ ਨੰਬਰ ਨੇ ਜਿਨ੍ਹਾਂ ਦਾ ਮੋਡੂਲਸ ਜਿਹੜਾ 5 ਆ ਸਕਦਾ, ਮਤਲਬ ਸੇਮ ਆ ਸਕਦਾ ਹੈ। ਤਾਂ ਰਾਜੇ ਹੁਣ ਇਸ ਦੇ ਉੱਪਰ ਕਿੰਨੇ ਪੁਆਇੰਟ ਇਹੋ ਜਿਹੇ ਬਣ ਸਕਦੇ ਨੇ ਜਿਨ੍ਹਾਂ ਦਾ ਜਿਹੜਾ ਮੋਡੂਲਸ ਹੈ ਉਹ ਕਿੰਨਾ ਆਵੇ, ਸੇਮ ਆਵੇ। ਤਾਂ ਇਨਫਾਈਨਾਈਟ ਪੁਆਇੰਟ ਜਿਹੜੇ ਨੇ ਬਣ ਸਕਦੇ ਨੇ ਜਿਨ੍ਹਾਂ ਦਾ ਮੋਡੂਲਸ ਸੇਮ ਆਵੇ। ਤਾਂ ਇੱਥੋਂ ਅਸੀਂ ਜਿਹੜਾ ਹੈ ਬਹੁਤ ਹੀ ਇੰਪੋਰਟੈਂਟ ਕਨਸੈਪਟ ਪੜ੍ਹ ਲਿਆ ਕਿ ਭਾਈ ਜਿਹੜਾ ਸਾਡੇ ਕੋਲ ਕੋਈ ਵੀ ਕੰਪਲੈਕਸ ਨੰਬਰ ਹੁੰਦਾ ਹੈ ਅਗਰ ਉਸ ਦਾ ਮੋਡੂਲਸ ਆਪਣੇ ਕੋਲ 5 ਆ ਰਿਹਾ ਹੈ ਤਾਂ ਇੱਕ ਪ੍ਰਸ਼ਨ ਅਗਰ ਪੁੱਛਿਆ ਜਾਵੇ ਕਿ ਕਿੰਨੇ ਹੋਰ ਇਹੋ ਜਿਹੇ ਮੋਡੂਲਸ ਬਣ ਸਕਦੇ ਨੇ ਜਿਨ੍ਹਾਂ ਦਾ ਆਪਣੇ ਕੋਲ ਮੋਡੂਲਸ 5 ਆਵੇ, ਤਾਂ ਇਨਫਾਈਨਾਈਟ ਨੇ। ਜੇ ਅਗਰ ਕੁਐਸਚਨ ਪੁੱਛਿਆ ਜਾਵੇ ਕਿੰਨੇ ਇਹੋ ਜਿਹੇ ਤੁਹਾਡੇ ਕੋਲ ਕੰਪਲੈਕਸ ਨੰਬਰਸ ਨੇ ਜਿਨ੍ਹਾਂ ਦਾ ਮੋਡੂਲਸ ਜਿਹੜਾ ਉਹ -5 ਆਵੇ, ਤਾਂ ਉਹ ਕਿੰਨੇ ਨੇ, 0 ਨੇ, ਕਿਉਂਕਿ ਰਾਜੇ ਮੋਡੂਲਸ ਜਿਹੜਾ ਉਹ ਨੈਗੇਟਿਵ ਨਹੀਂ ਹੋ ਸਕਦਾ, ਮਤਲਬ ਡਿਸਟੈਂਸ ਜਿਹੜਾ ਉਹ ਨੈਗੇਟਿਵ ਨਹੀਂ ਹੋ ਸਕਦਾ। ਤਾਂ ਆਪਣੇ ਕੋਲ ਇੱਕ ਵੀ ਇਹੋ ਜਿਹਾ ਕੰਪਲੈਕਸ ਨੰਬਰ ਨਹੀਂ ਹੋ ਸਕਦਾ ਜਿਹਦਾ ਜਿਹੜਾ ਮੋਡੂਲਸ ਆ ਉਹ ਨੈਗੇਟਿਵ ਆਵੇ। ਤੇ ਇੱਕ ਹੋਰ ਕੁਐਸਚਨ ਜਿਹੜਾ ਸਾਡੇ ਕੋਲ ਸੀਗਾ ਉਹ ਪੁੱਛਿਆ ਸੀ ਕਿ ਕਿੰਨੇ ਇਹੋ ਜਿਹੇ ਕੰਪਲੈਕਸ ਨੰਬਰਸ ਨੇ ਜਿਨ੍ਹਾਂ ਦਾ ਤੁਹਾਡੇ ਕੋਲ ਮੋਡੂਲਸ 0 ਆ ਸਕਦਾ ਹੈ, ਮਤਲਬ ਕਿ ਮੋਡੂਲਸ 0 ਆਉਣ ਦਾ ਮਤਲਬ ਹੁਣ ਅਸੀਂ ਕੀ ਸਮਝ ਗਏ, ਮੋਡੂਲਸ 0 ਆਉਣ ਦਾ ਮਤਲਬ ਸਾਡੇ ਕੋਲ ਰੇਡੀਅਸ 0 ਆ ਜੇ। ਤੇ ਜੇ ਰੇਡੀਅਸ 0 ਆ ਗਿਆ ਤਾਂ ਉਹ ਇੱਕ ਪੁਆਇੰਟ ਸਰਕਲ ਬਣ ਗਿਆ, ਇੱਥੇ ਪੁਆਇੰਟ ਬਣ ਗਿਆ। ਤਾਂ ਇੱਕ ਹੀ ਕੰਡੀਸ਼ਨ ਸੀਗੀ ਕਿ x ਵੀ 0 ਹੋਵੇ ਤੇ y ਵੀ 0 ਹੋਵੇ, ਉਸ ਕੰਡੀਸ਼ਨ ਦੇ ਵਿੱਚ ਜਿਹੜਾ ਸਾਡੇ ਕੋਲ ਮੋਡੂਲਸ ਜਿਹੜਾ ਉਹ 0 ਆ ਸਕਦਾ ਹੈ। ਤਾਂ ਉਸ ਕੇਸ ਦੇ ਵਿੱਚ ਕਿੰਨੇ ਕੰਪਲੈਕਸ ਨੰਬਰ ਆਉਣਗੇ, ਸਿਰਫ ਇੱਕ ਕੰਪਲੈਕਸ ਨੰਬਰ ਹੋਊਗਾ ਜਿਸ ਦਾ ਮੋਡੂਲਸ 0 ਆ ਚੁੱਕਿਆ। ਤਾਂ ਇਹਨਾਂ ਕੁਐਸਚਨਸ ਨੂੰ ਅਸੀਂ ਇੱਕ ਵਾਰ ਫੇਰ ਦੇਖ ਲੈਂਦੇ ਹਾਂ। ਇਹ ਕੁਐਸਚਨ ਪਹਿਲਾ ਕੀ ਹੈ ਕਿ ਹਾਊ ਮੈਨੀ ਕੰਪਲੈਕਸ ਨੰਬਰਸ ਆਰ ਦੇਅਰ ਐਗਜ਼ਿਸਟ ਹੂਜ਼ ਮੋਡੂਲਸ ਇਜ਼ 5। ਤਾਂ ਅਸੀਂ ਦੱਸਣਾ ਹੈ ਕਿ ਕਿੰਨੇ ਇਹੋ ਜਿਹੇ ਕੰਪਲੈਕਸ ਨੰਬਰ ਨੇ ਜਿਨ੍ਹਾਂ ਦਾ ਮੋਡੂਲਸ ਜਾਂ ਰੇਡੀਅਸ 5 ਆ ਸਕਦਾ ਹੈ। ਤਾਂ ਅਸੀਂ ਕਹਾਂਗੇ ਸਰਕਲ ਦੇ ਉੱਪਰ ਇਨਫਾਈਨਾਈਟ ਪੁਆਇੰਟਸ ਨੇ ਜਿਨ੍ਹਾਂ ਦਾ ਰੇਡੀਅਸ ਕਿੰਨਾ ਆ ਸਕਦਾ ਹੈ, 5 ਆ ਸਕਦਾ ਹੈ। ਸੈਕਿੰਡ ਕੁਐਸਚਨ ਕਹਿੰਦਾ ਕਿ ਹਾਊ ਮੈਨੀ ਨੰਬਰ ਆਫ ਕੰਪਲੈਕਸ ਨੰਬਰ ਦੇਅਰ ਐਗਜ਼ਿਸਟ ਹੂਜ਼ ਮੋਡੂਲਸ ਇਜ਼ -5। ਤਾਂ ਸਾਨੂੰ ਪਤਾ ਹੈ ਕਿ ਜਿਹੜਾ ਸਾਡੇ ਕੋਲ ਮੋਡੂਲਸ ਹੈ ਉਹ ਕਦੇ ਵੀ ਨੈਗੇਟਿਵ ਨਹੀਂ ਹੋ ਸਕਦਾ, ਇਸ ਕਰਕੇ ਸਾਡੇ ਕੋਲ ਕੋਈ ਵੀ ਇਹੋ ਜਿਹਾ ਕੰਪਲੈਕਸ ਨੰਬਰ ਨਹੀਂ ਹੈ ਜਿਹਦਾ ਆਪਣੇ ਕੋਲ ਮੋਡੂਲਸ ਨੈਗੇਟਿਵ ਆਵੇ। ਥਰਡ ਕੁਐਸਚਨ ਕੀ ਹੈ ਕਿ ਹਾਊ ਮੈਨੀ ਕੰਪਲੈਕਸ ਨੰਬਰ ਐਗਜ਼ਿਸਟ ਹੈਵਿੰਗ ਮੋਡੂਲਸ 0। ਤਾਂ ਸਾਨੂੰ ਪਤਾ ਹੈ ਕਿ ਇੱਕ ਹੀ ਕੇਸ ਹੈ ਜਿਸ ਦੇ ਵਿੱਚ x ਵੀ 0 ਹੋਵੇ ਤੇ y ਵੀ 0 ਹੋਵੇ। ਕਹਿਣ ਦਾ ਮਤਲਬ ਸਾਡੇ ਕੋਲ ਜਦੋਂ z 0 ਹੈ ਉਦੋਂ ਹੀ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਮੋਡੂਲਸ ਹੈ 0 ਆ ਸਕਦਾ ਹੈ। ਤਾਂ ਸਿਰਫ ਇੱਕ ਹੀ ਕੇਸ ਹੈ ਜਿਹਦੇ ਵਿੱਚ ਸਾਡੇ ਕੋਲ ਮੋਡੂਲਸ 0 ਆਉਂਦਾ ਹੈ। ਤਾਂ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਨੇ, ਇਹਨਾਂ ਨਾਲ ਰਿਲੇਟਡ ਜਿਹੜੇ ਕੁਐਸਚਨ ਨੇ ਪੇਪਰ 'ਚ ਆਉਂਦੇ ਰਹਿੰਦੇ ਨੇ ਰਾਜੇ। ਤੁਹਾਨੂੰ ਇੱਥੇ 5 ਦੀ ਜਗ੍ਹਾ 9 ਵੀ ਲਿਖ ਸਕਦੇ ਆ, 12 ਵੀ ਲਿਖ ਸਕਦੇ ਆ, ਤੁਹਾਨੂੰ ਇੱਥੇ ਰਾਜੇ -5 ਦੀ ਜਗ੍ਹਾ -8 ਕੁਝ ਵੀ ਪੁੱਛ ਸਕਦੇ ਨੇ। ਤਾਂ ਇਹ ਜਿਹੜੇ ਧਿਆਨ ਦੇ ਵਿੱਚ ਜ਼ਰੂਰ ਇਹਨਾਂ ਨੂੰ ਰੱਖਣਾ ਹੈ। ਮੋਸਟ ਇੰਪੋਰਟੈਂਟ ਜਿਹੜੀ ਪ੍ਰੋਪਰਟੀਜ਼ ਨੇ ਮੋਡੂਲਸ ਆਫ ਕੰਪਲੈਕਸ ਨੰਬਰ ਉਹਨਾਂ ਨੂੰ ਪੜ੍ਹ ਲੈਂਦੇ ਆ। ਸਪੋਜ਼ ਰਾਜੇ ਸਾਡੇ ਕੋਲ ਕੰਪਲੈਕਸ ਨੰਬਰਸ ਨੇ Z1 ਤੇ Z2 ਜਿਹੜੇ ਕਿ C ਨੂੰ ਬਿਲੋਂਗ ਕਰਦੇ ਨੇ, ਤੇ C ਸਾਡੇ ਕੋਲ ਕੀ ਹੈ, ਸੈੱਟ ਆਫ ਕੰਪਲੈਕਸ ਨੰਬਰ। ਇਹ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ ਕਿ C ਸਾਡੇ ਕੋਲ ਸੈੱਟ ਆਫ ਕੰਪਲੈਕਸ ਨੰਬਰਸ ਨੇ। ਤਾਂ ਪਹਿਲੀ ਪ੍ਰੋਪਰਟੀ ਕਹਿੰਦੀ ਹੈ ਕਿ ਜਿਹੜਾ ਮੋਡੂਲਸ ਹੈ ਕਿਸੇ ਵੀ ਕੰਪਲੈਕਸ ਨੰਬਰ ਦਾ ਉਹ 0 ਕਦੋਂ ਹੋਊਗਾ, ਇੰਪਲਾਈਜ਼ ਐਂਡ ਇੰਪਲਾਈਡ ਬਾਏ ਜਦੋਂ Z ਇਜ਼ ਇਕੁਅਲ ਟੂ ਕੀ ਹੋਵੇਗਾ, 0 ਦੇ ਇਕੁਅਲ ਹੋਵੇਗਾ। ਅਗਰ Z 0 ਹੈ ਤਾਂ ਉਹਦਾ ਮੋਡੂਲਸ 0 ਹੈ, ਅਗਰ ਮੋਡੂਲਸ 0 ਹੈ ਤਾਂ Z 0 ਹੋਵੇਗਾ। ਇਹ ਜਿਹੜੀ ਹੈ ਪਹਿਲੀ ਪ੍ਰੋਪਰਟੀ ਸਾਨੂੰ ਕਹਿੰਦੀ ਹੈ। ਸੈਕਿੰਡ ਪ੍ਰੋਪਰਟੀ ਜਿਹੜੀ ਅਸੀਂ ਆਲਰੇਡੀ ਡਿਸਕਸ ਕੀਤੀ ਸੀ ਜਦੋਂ ਅਸੀਂ ਸਰਕਲ ਦੇ ਉੱਪਰ 4 ਪੁਆਇੰਟ ਲਿੱਤੇ ਸੀ Z ਬਾਰ -Z ਤੇ -Z ਬਾਰ, ਤਾਂ ਅਸੀਂ ਦੇਖਿਆ ਕਿ ਉਹਨਾਂ ਦਾ ਓਰੀਜਨ ਤੋਂ ਡਿਸਟੈਂਸ ਸੇਮ ਹੈ, ਮੋਡੂਲਸ ਸੇਮ ਹੈ। ਕਿੰਨਾ ਆਇਆ ਸੀ ਸਾਡੇ ਕੋਲ ਮੋਡੂਲਸ, ਉਹ ਆਇਆ ਸੀ x ਸਕੁਏਅਰ ਪਲੱਸ y ਸਕੁਏਅਰ। ਜਿਹੜੀ ਰਾਜੇ ਥਰਡ ਪ੍ਰੋਪਰਟੀ ਹੈ ਉਹ ਕਹਿੰਦੀ ਹੈ ਕਿ ਜਦੋਂ ਕਿਸੇ ਕੰਪਲੈਕਸ ਨੰਬਰ ਨੂੰ ਉਹਦੇ ਕੰਜੂਗੇਟ ਨਾਲ ਮਲਟੀਪਲਾਈ ਕਰਾਂਗੇ ਤਾਂ ਉਹ ਸਾਡੇ ਕੋਲ ਆਵੇਗਾ ਮੋਡੂਲਸ ਆਫ ਦੈਟ ਕੰਪਲੈਕਸ ਨੰਬਰ ਦਾ ਸਕੁਏਅਰ।
ਅਸੀਂ ਇਸ ਨੂੰ ਕੀ ਕਰ ਸਕਦੇ ਹਾਂ, ਪ੍ਰੂਵ ਕਰ ਸਕਦੇ ਹਾਂ। ਕਿਸ ਤਰ੍ਹਾਂ? ਸਪੋਜ਼ ਅਸੀਂ LHS ਲੈਫਟ ਹੈਂਡ ਸਾਈਡ ਲੈਂਦੇ ਹਾਂ। ਲੈਫਟ ਹੈਂਡ ਸਾਈਡ ਕੀ ਕਹਿੰਦੀ ਹੈ ਕਿ ਸਪੋਜ਼ ਸਾਡੇ ਕੋਲ ਕੰਪਲੈਕਸ ਨੰਬਰ ਹੈ ਜਿਸ ਦੀ ਵੈਲਿਊ ਸਾਨੂੰ ਪਤਾ ਹੈ x ਪਲਸ ਆਈਟਾ ਵਾਈ ਸਪੋਜ਼ ਕਰ ਸਕਦੇ ਹਾਂ, ਅਤੇ ਜਦੋਂ ਅਸੀਂ ਇਸ ਦਾ ਕੰਜੂਗੇਟ ਪਤਾ ਕਰਾਂਗੇ ਤਾਂ ਉਹ ਬਣ ਜੂ x ਮਾਈਨਸ ਆਈਟਾ ਵਾਈ, ਕਿਉਂਕਿ ਸਾਨੂੰ ਪਤਾ ਆਈਟਾ ਦਾ ਜਿਹੜਾ ਸਾਈਨ ਚੇਂਜ ਕਰਨ 'ਤੇ ਅਸੀਂ ਕਿਸੇ ਵੀ ਕੰਪਲੈਕਸ ਨੰਬਰ ਦਾ ਕੰਜੂਗੇਟ ਫਾਈਂਡ ਆਊਟ ਕਰ ਸਕਦੇ ਹਾਂ। ਹੁਣ ਜਦੋਂ ਅਸੀਂ z ਤੇ z ਬਾਰ ਨੂੰ ਮਲਟੀਪਲਾਈ ਕਰਾਂਗੇ ਤਾਂ ਸਾਡੇ ਕੋਲ ਕੀ ਆਏਗਾ, x ਪਲਸ ਆਈਟਾ ਵਾਈ ਇੰਟੂ x ਮਾਈਨਸ ਆਈਟਾ ਵਾਈ। ਰਾਜੇ ਮੈਂ ਤੁਹਾਨੂੰ ਕੁਐਸਚਨ ਜਿਹੜੇ ਦਿੱਤੇ ਸੀਗੇ ਕੰਪਲੈਕਸ ਨੰਬਰ ਦੇ ਪਾਰਟ 1 ਦੇ, ਉਸ 'ਚ ਇਹ ਪ੍ਰੋਪਰਟੀ ਯੂਜ਼ ਕਰਕੇ ਦੇਖਿਓ, ਇਹ ਪ੍ਰੋਪਰਟੀ ਜਿਹੜੀ ਹੈ ਉਹ 'ਚ ਯੂਜ਼ ਹੁੰਦੀ ਹੈ। ਤਾਂ ਜਦੋਂ ਅਸੀਂ z ਤੇ z ਬਾਰ ਨੂੰ ਮਲਟੀਪਲਾਈ ਕੀਤਾ ਤਾਂ ਸਾਡੇ ਕੋਲ ਬਣ ਗਿਆ x ਪਲਸ ਆਈਟਾ ਵਾਈ ਇੰਟੂ x ਮਾਈਨਸ ਆਈਟਾ ਵਾਈ। ਤਾਂ ਅਸੀਂ ਮਲਟੀਪਲੀਕੇਸ਼ਨ ਦੇ ਵਿੱਚ ਪ੍ਰੋਪਰਟੀ ਪੜ੍ਹੀ ਸੀ ਕਿ ਜਦੋਂ x ਪਲਸ ਆਈਟਾ ਵਾਈ ਦੀ ਮਲਟੀਪਲਾਈ x ਮਾਈਨਸ ਆਈਟਾ ਵਾਈ ਨਾਲ ਕਰਦੇ ਹਾਂ ਤਾਂ ਸਾਡੇ ਕੋਲ ਕਿੰਨਾ ਆਂਸਰ ਆਉਂਦਾ ਹੈ, x ਸਕੇਅਰ ਵਾਈ ਸਕੇਅਰ। ਤਾਂ ਸਾਡੇ ਕੋਲ LHS ਜਿਹੜੀ ਆ ਗਈ ਉਹ ਕਿੰਨੀ ਆ ਗਈ, x ਸਕੇਅਰ ਪਲਸ ਵਾਈ ਸਕੇਅਰ। ਹੁਣ ਅਸੀਂ RHS ਦੇਖ ਲੈਂਦੇ ਹਾਂ, ਰਾਈਟ ਹੈਂਡ ਸਾਈਡ ਕਿੰਨੀ ਆ ਜਾਂਦੀ ਹੈ। ਰਾਈਟ ਹੈਂਡ ਸਾਈਡ ਸਾਡੇ ਕੋਲ ਦੇ ਰੱਖੀ ਹੈ ਕਿ ਕੰਪਲੈਕਸ ਨੰਬਰ ਦਾ ਮੋਡੂਲਸ ਕਰਕੇ ਸਕੇਅਰ ਕਰੋ। ਤਾਂ ਸਭ ਤੋਂ ਪਹਿਲਾਂ ਅਸੀਂ x ਪਲਸ ਆਈਟਾ ਵਾਈ ਦਾ ਮੋਡੂਲਸ ਫਾਈਂਡ ਆਊਟ ਕਰਾਂਗੇ, ਫਿਰ ਉਹਦਾ ਕੀ ਕਰਾਂਗੇ, ਸਕੇਅਰ ਕਰਾਂਗੇ। ਤਾਂ x ਪਲਸ ਆਈਟਾ ਵਾਈ ਦਾ ਜਿਹੜਾ ਮੋਡੂਲਸ ਹੈ ਉਹ ਸਾਡੇ ਕੋਲ ਆ ਗਿਆ ਸਕੇਅਰ ਰੂਟ ਆਫ x ਸਕੇਅਰ ਪਲਸ ਵਾਈ ਸਕੇਅਰ, ਅਤੇ ਜਿਹੜਾ ਬਾਹਰ ਸਕੇਅਰ ਹੈ ਉਹ ਅਸੀਂ ਐਜ਼ ਇਟ ਇਜ਼ ਲਿਖਤਾ। ਹੁਣ ਸਕੇਅਰ ਨਾਲ ਮੋਡੂਲਸ ਕੈਂਸਲ ਆਊਟ ਹੋ ਗਿਆ ਤਾਂ ਕਿੰਨਾ ਆਂਸਰ ਆ ਗਿਆ, x ਸਕੇਅਰ ਵਾਈ ਸਕੇਅਰ। ਤਾਂ ਸਾਡੇ ਕੋਲ LHS ਬਰਾਬਰ ਆ ਗਈ RHS, ਅਤੇ ਇਸੇ ਕਰਕੇ ਇਹ ਪ੍ਰੋਪਰਟੀ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ, ਬਿਕੋਜ਼ ਕੁਐਸਚਨ ਦੇ ਵਿੱਚ ਇਹ ਯੂਜ਼ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਵੀ ਕੰਪਲੈਕਸ ਨੰਬਰ ਨੂੰ ਉਹਦੇ ਕੰਜੂਗੇਟ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਉਹ ਉਹਦੇ ਮੋਡੂਲਸ ਦੇ ਸਕੇਅਰ ਦੇ ਬਰਾਬਰ ਆ ਜਾਂਦੀ ਹੈ। ਨੈਕਸਟ ਪ੍ਰੋਪਰਟੀ ਕਹਿ ਰਹੀ ਹੈ ਕਿ ਜਦੋਂ ਦੋ ਕੰਪਲੈਕਸ ਨੰਬਰ ਆਪਸ 'ਚ ਮਲਟੀਪਲਾਈ ਹੁੰਦੇ ਨੇ ਅਤੇ ਉਹਨਾਂ ਦਾ ਜਿਹੜਾ ਮੋਡੂਲਸ ਹੈ ਉਹ ਕਿਸ ਤਰ੍ਹਾਂ ਮੋਡੂਲਸ ਹੁੰਦਾ ਹੈ, ਤਾਂ ਉਹਨੂੰ ਅਸੀਂ ਇਕੱਲੇ ਉੱਤੇ ਵੀ ਲਿਖ ਕਰ ਅਪਲਾਈ ਕਰ ਸਕਦੇ ਹਾਂ ਕਿ Z1 ਦਾ ਮੋਡੂਲਸ Z2 ਦਾ ਮੋਡੂਲਸ ਦੇ ਬਰਾਬਰ ਵੀ ਹੁੰਦਾ ਹੈ। ਫਿਫਥ ਪ੍ਰੋਪਰਟੀ ਕਿਹੜੀ ਕਹਿੰਦੀ ਹੈ, ਫਿਫਥ ਪ੍ਰੋਪਰਟੀ ਕਹਿੰਦੀ ਜਦੋਂ ਦੋ ਕੰਜੂਗੇਟ ਡਿਵਾਈਡ ਦੀ ਫਾਰਮ ਦੇ ਵਿੱਚ ਹੁੰਦੇ ਨੇ ਤਾਂ ਉਹਨਾਂ ਦਾ ਜਿਹੜਾ ਮੋਡੂਲਸ ਹੈ ਉਹ ਅਸੀਂ ਕਿਵੇਂ ਲਿਖ ਸਕਦੇ ਹਾਂ, Z1 ਦਾ ਮੋਡੂਲਸ ਡਿਵਾਈਡਡ ਬਾਏ Z2 ਦਾ ਮੋਡੂਲਸ, ਲੇਕਿਨ ਸ਼ਰਤ ਹੈ ਕਿ Z2 ਜਿਹੜਾ ਉਹ 0 ਦੇ ਬਰਾਬਰ ਨਹੀਂ ਹੋਣਾ ਚਾਹੀਦਾ। ਜਿਹੜੀ ਪਹਿਲੀ ਪ੍ਰੋਪਰਟੀ ਹੈ ਰਾਜੇ ਉਸ ਦੇ ਵਿੱਚ ਅਸੀਂ ਕਿਹਾ ਵੀ ਜਿਹੜਾ ਮੋਡੂਲਸ ਹੈ ਉਹ 0 ਦੇ ਬਰਾਬਰ ਹੋਵੇਗਾ ਇੰਪਲਾਈਜ਼ ਐਂਡ ਇੰਪਲਾਈਡ ਬਾਏ Z ਇਜ਼ ਇਕੁਅਲ ਟੂ 0, ਪਰ ਜਦੋਂ Z 0 ਦੇ ਬਰਾਬਰ ਸਾਡੇ ਕੋਲ ਨਹੀਂ ਹੈ ਤਾਂ ਉੱਥੇ ਸਾਡੇ ਕੋਲ ਜਿਹੜਾ Z ਹੈ, Z ਦਾ ਜਿਹੜਾ ਮੋਡੂਲਸ ਹੈ ਉਹ ਆਟੋਮੈਟਿਕਲੀ ਗ੍ਰੇਟਰ ਦੈਨ 0 ਹੋ ਜਾਏਗਾ, ਕਿਉਂਕਿ ਰਾਜੇ ਅਸੀਂ ਨੋਟ ਕੀਤਾ ਸੀ, ਨੋਟ ਦੇ ਵਿੱਚ ਅਸੀਂ ਪੜ੍ਹਿਆ ਸੀ ਕਿ ਕਿਸੇ ਵੀ ਕੰਪਲੈਕਸ ਨੰਬਰ ਦਾ ਜਿਹੜਾ ਮੋਡੂਲਸ ਆ ਉਹ ਆਲਵੇਜ਼ ਗ੍ਰੇਟਰ ਦੈਨ ਤੇ ਇਕੁਅਲ ਟੂ 0 ਹੁੰਦਾ ਹੈ। ਹੁਣ ਜੇ ਇਕੁਅਲ ਟੂ 0 ਨਹੀਂ ਹੈਗਾ, ਅਸੀਂ ਆਹ ਸ਼ਰਤ ਰੱਖਤੀ ਕਿ ਇਕੁਅਲ ਟੂ 0 ਨਹੀਂ ਹੈ, ਤਾਂ ਓਬਵੀਅਸਲੀ ਉਹ ਗ੍ਰੇਟਰ ਦੈਨ 0 ਹੀ ਹੋਵੇਗਾ। ਤਾਂ ਇਹ ਚੀਜ਼ ਦਾ ਵੀ ਜਿਹੜਾ ਹੈ ਧਿਆਨ ਰੱਖਣਾ ਹੈ। ਜਿਹੜੀ ਸਿਕਸਥ ਪ੍ਰੋਪਰਟੀ ਹੈ ਰਾਜੇ, ਸਿਕਸਥ ਪ੍ਰੋਪਰਟੀ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਕੁਐਸਚਨਸ ਆ ਜਾਂਦੇ ਨੇ ਅਤੇ ਇਹਨਾਂ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ। ਇਹ ਸਾਡਾ ਟਾਈਮ ਜਿਹੜਾ ਹੈ ਉਹ ਘਟਾ ਦਿੰਦੀ ਹੈ ਕਿਸੇ ਨੂੰ ਕੁਐਸਚਨ ਕਰਨ ਦਾ। ਕਹਿੰਦੇ ਵੀ Z ਦੀ ਪਾਵਰ n ਦਾ ਮੋਡੂਲਸ ਬਰਾਬਰ ਹੈ Z ਦੇ ਮੋਡੂਲਸ ਦੀ ਪਾਵਰ n ਦੇ, ਅਤੇ n ਜਿਹੜਾ ਸਾਡੇ ਕੋਲ ਨੈਚੁਰਲ ਨੰਬਰ ਹੈ। ਸਪੋਜ਼ ਮੈਂ n ਨੂੰ 2 ਮੰਨ ਕੇ ਚੱਲਦਾ ਤਾਂ n ਨੂੰ 2 ਲਿਖਾਂਗੇ ਤਾਂ ਅਸੀਂ ਕਿਸ ਤਰ੍ਹਾਂ ਇਹਨੂੰ ਸੋਲਵ ਕਰਾਂਗੇ। ਮੈਂ LHS ਲੈ ਲੈਣਾ, ਤਾਂ ਸਭ ਤੋਂ ਪਹਿਲਾਂ Z ਦੀ ਪਾਵਰ 2 ਦਾ ਮੋਡੂਲਸ ਅਸੀਂ ਸੋਲਵ ਕਰਨਾ ਹੈ। ਸਾਨੂੰ ਪਤਾ Z ਨੂੰ ਅਸੀਂ ਕੀ ਲਿਖ ਸਕਦੇ ਹਾਂ, x ਪਲਸ ਆਈਟਾ ਵਾਈ, ਅਤੇ ਅਸੀਂ ਉਹਦਾ ਕੀ ਕਰਨਾ ਹੈ, ਸਕੇਅਰ, ਫਿਰ ਅਸੀਂ ਕੀ ਕਰਨਾ ਹੈ, ਮੋਡੂਲਸ। ਇਹ ਸਾਡੀ LHS ਕਹਿੰਦੀ ਹੈ। ਤਾਂ ਅਸੀਂ ਕੀ ਕਰਾਂਗੇ, x ਪਲਸ ਆਈਟਾ ਵਾਈ ਦਾ ਸਕੇਅਰ ਕਰਾਂਗੇ, ਤਾਂ ਮੈਂ ਜਲਦੀ ਇੱਥੇ ਇਹਦਾ ਸਕੇਅਰ ਲਿਖ ਦਿੰਦਾ, x ਸਕੇਅਰ ਮਾਈਨਸ ਵਾਈ ਸਕੇਅਰ ਪਲਸ 2 ਆਈਟਾ x ਵਾਈ। ਇਹ ਸਾਡੇ ਕੋਲ ਕੀ ਆ ਗਿਆ, ਸਕੇਅਰ ਆ ਗਿਆ, ਅਤੇ ਹੁਣ ਇਹਦਾ ਕੀ ਕਰਾਂਗੇ, ਮੋਡੂਲਸ। ਤਾਂ ਮੋਡੂਲਸ ਕਿੰਨਾ ਆ ਗਿਆ, ਆਹ ਸਾਡੇ ਕੋਲ ਕੀ ਹੈ ਰਾਜੇ, ਰੀਅਲ ਪਾਰਟ, ਇਹਦੇ ਨਾਲ ਆਈਟਾ ਤਾਂ ਨਹੀਂ ਲੱਗਿਆ ਨਾ, ਤਾਂ ਇਹ ਸਾਡੇ ਕੋਲ ਰੀਅਲ ਪਾਰਟ ਹੈ। ਆਹ ਸਾਡੇ ਕੋਲ ਕੀ ਹੈ, ਇਮੈਜਨਰੀ ਪਾਰਟ। ਤਾਂ ਸਾਨੂੰ ਪਤਾ ਕਿਸੇ ਵੀ ਕੰਪਲੈਕਸ ਨੰਬਰ ਦਾ ਅਸੀਂ ਮੋਡੂਲਸ ਫਾਈਂਡ ਆਊਟ ਕਰਨਾ ਹੈ ਤਾਂ ਹੁੰਦਾ ਹੈ ਰੀਅਲ ਪਾਰਟ ਦਾ ਸਕੇਅਰ, ਮਤਲਬ x ਮਾਈਨਸ ਵਾਈ ਦਾ ਹੋਲ ਸਕੇਅਰ ਪਲਸ ਇਮੈਜਨਰੀ ਪਾਰਟ ਦਾ ਸਕੇਅਰ। ਇਮੈਜਨਰੀ ਪਾਰਟ ਕਿੰਨਾ ਹੈ, 2xy ਦਾ ਹੋਲ ਸਕੇਅਰ। ਇੱਥੇ ਆਇਟਾ ਨਾ ਲਿਖ ਦਿਓ ਗਲਤੀ ਨਾਲ ਕਿਤੇ, ਇੱਥੇ ਜਦੋਂ ਅਸੀਂ ਆਹ ਲਿਖਿਆ 2xy ਤਾਂ ਇਹਦੇ ਨਾਲ ਆਇਟਾ ਨਾ ਲਿਖ ਦਿਓ ਕਿਤੇ, ਆਇਟਾ ਲਿਖ ਦਿਓ, ਕਿਉਂਕਿ ਰਾਜੇ ਆਇਟਾ ਨਹੀਂ, ਆਇਟਾ ਜਸਟ ਦੱਸਦਾ ਕਿ ਇਮੈਜਨਰੀ ਪਾਰਟ ਕਿਹੜਾ ਹੈ। ਹੁਣ ਇਸ ਨੂੰ ਫਰਦਰ ਸੋਲਵ ਕਰਦੇ ਹਾਂ ਤਾਂ ਸਕੇਅਰ ਰੂਟ x ਸਕੇਅਰ ਮਾਈਨਸ ਵਾਈ ਸਕੇਅਰ ਦੇ ਹੋਲ ਸਕੇਅਰ ਨੂੰ ਖੋਲ੍ਹਦੇ ਹਾਂ ਤਾਂ ਇਹ ਬਣ ਜੂ x ਦੀ ਪਾਵਰ 4 ਪਲਸ y ਦੀ ਪਾਵਰ 4 ਮਾਈਨਸ 2x ਸਕੇਅਰ ਵਾਈ ਸਕੇਅਰ ਆ ਗਿਆ। ਹੁਣ ਤੇ ਇਹ ਕੀ ਬਣ ਗਿਆ ਸਾਡੇ ਕੋਲ, 4x ਸਕੇਅਰ ਵਾਈ ਸਕੇਅਰ। ਤਾਂ ਰਾਜੇ ਮਾਈਨਸ 2x ਸਕੇਅਰ ਵਾਈ ਸਕੇਅਰ ਪਲਸ 4x ਸਕੇਅਰ ਵਾਈ ਸਕੇਅਰ ਕਿੰਨਾ ਆ ਗਿਆ ਸਾਡੇ ਕੋਲ, ਉਹ ਸਾਡੇ ਕੋਲ ਆ ਗਿਆ ਜੀ x ਦੀ ਪਾਵਰ 4 ਪਲਸ y ਦੀ ਪਾਵਰ 4 ਪਲਸ 2x ਸਕੇਅਰ ਵਾਈ ਸਕੇਅਰ ਆ ਗਿਆ। ਅਤੇ ਹੁਣ ਅਸੀਂ ਇਸ ਨੂੰ ਕੀ ਲਿਖ ਸਕਦੇ ਹਾਂ, ਇਸ ਨੂੰ ਲਿਖ ਸਕਦੇ ਹਾਂ x ਸਕੇਅਰ ਪਲਸ ਵਾਈ ਸਕੇਅਰ ਦਾ ਹੋਲ ਸਕੇਅਰ।
ਤਾਂ ਆਪਣੇ ਕੋਲ ਕਿੰਨਾ ਆ ਗਿਆ ਐਕਸ ਸਕੇਅਰ ਪਲੱਸ ਵਾਈ ਸਕੇਅਰ। ਇਹ ਸਾਡੇ ਕੋਲ LHS ਆ ਗਈ ਸਾਡੀ। ਹੁਣ ਅਸੀਂ ਅਗਰ RHS ਦੀ ਗੱਲ ਕਰੀਏ, ਹੁਣ ਇੱਥੇ ਮੈਂ RHS ਲਈ ਹੋਰ ਕਲਰ ਯੂਜ਼ ਕਰ ਲੈਣਾ ਪੈਨ ਦਾ। RHS ਦੀ ਗੱਲ ਕਰੀਏ ਤਾਂ ਉਹ ਕਹਿੰਦਾ ਵੀ ਜਦੋਂ ਤੁਸੀਂ ਕਿਸੇ ਵੀ ਕੰਪਲੈਕਸ ਨੰਬਰ ਦਾ ਪਹਿਲਾਂ ਮੋਡੂਲਸ ਫਾਈਂਡ ਆਊਟ ਕਰੋਗੇ ਤੇ ਫਿਰ ਉਸ ਦੀ ਕੋਈ ਪਾਵਰ ਹੋਊਗੀ। ਤਾਂ ਹੁਣ Z ਦੀ ਜਿਹੜੀ Z ਹੈ ਉਹਨੂੰ ਕਿਸੇ ਲਿਖ ਸਕਦੇ ਹਾਂ x ਪਲੱਸ ਆਈਟਾ ਵਾਈ, ਤੇ ਫਿਰ ਉਹਦਾ ਸਕੇਅਰ ਕਰਨਾ, ਪਹਿਲਾਂ ਮੋਡੂਲਸ ਫਾਈਂਡ ਆਊਟ ਕਰਨਾ ਹੈ। ਮੋਡੂਲਸ ਫਾਈਂਡ ਆਊਟ ਕਰਨ ਲਈ ਅਸੀਂ ਕੀ ਕਰਾਂਗੇ, ਰੀਅਲ ਪਾਰਟ ਦਾ ਸਕੇਅਰ ਪਲੱਸ ਇਮੈਜਨਰੀ ਪਾਰਟ ਦਾ ਸਕੇਅਰ, ਤੇ ਉੱਪਰ ਜਿਹੜਾ ਹੋਲ ਸਕੇਅਰ ਹੈਗਾ ਹੀ ਹੈਗਾ। ਸਕੇਅਰ ਨਾਲ ਤੇ ਮੋਡਲ ਆਪਣਾ ਸਕੇਅਰ ਰੂਟ ਕੈਂਸਲ ਹੋ ਜਾਏਗਾ 2 ਨਾਲ, ਤਾਂ ਆਪਣੇ ਕੋਲ ਕਿੰਨਾ ਆ ਗਿਆ ਐਕਸ ਸਕੇਅਰ ਪਲੱਸ ਵਾਈ ਸਕੇਅਰ। ਤਾਂ ਤੁਸੀਂ ਦੇਖੋਗੇ ਜਿਹੜੀ ਸਾਡੇ ਕੋਲ ਲੈਫਟ ਹੈਂਡ ਸਾਈਡ ਹੈ ਤੇ ਰਾਈਟ ਹੈਂਡ ਸਾਈਡ ਹੈ ਉਹ ਇੱਕ ਦੂਸਰੇ ਦੇ ਇਕੁਅਲ ਆ ਗਈ। ਤਾਂ ਰਾਜੇ ਇਸੇ ਕਰਕੇ ਜਦੋਂ ਕਿਸੇ ਵੀ ਕੰਪਲੈਕਸ ਨੰਬਰ ਦਾ ਪਾਵਰ ਹੁੰਦੀ ਹੈ ਉਹਦਾ ਮੋਡੂਲਸ ਕਰਦੇ ਹਾਂ ਤਾਂ ਉਹ ਬਰਾਬਰ ਹੁੰਦਾ ਹੈ ਉਸ ਦੇ ਮੋਡੂਲਸ ਦੀ ਪਾਵਰ ਦੇ। ਮਤਲਬ ਪਾਵਰ ਜਿਹੜੀ ਹੈ ਅਸੀਂ ਬਾਹਰ ਲੈ ਜਾ ਸਕਦੇ ਹਾਂ ਸਿੰਪਲ ਵਰਡਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ। ਤਾਂ ਰਾਜੇ ਇਹ ਤੁਹਾਡੇ ਕੋਲ ਸੀਗਾ ਮੋਡੂਲਸ ਆਫ ਕੰਪਲੈਕਸ ਨੰਬਰ ਦਾ ਟੌਪਿਕ। ਇਹਦੇ ਜਿਹੜੇ MCQs ਨੇ, ਜਿੰਨੇ ਵੀ MCQs ਨੇ ਹੁਣ ਜਿਹੜੇ ਅਸੀਂ ਆਲਰੇਡੀ ਥੋੜ੍ਹੇ ਪੜ੍ਹ ਚੁੱਕੇ ਹਾਂ, ਮੇਰੇ ਅਕੋਰਡਿੰਗ 15 ਜਾਂ 17 MCQs। ਤਾਂ ਮੈਂ ਜਿਹੜੇ ਹੁਣ ਮੋਡੂਲਸ ਆਫ ਕੰਪਲੈਕਸ ਨੰਬਰ ਹੈ ਇਹਦੇ ਜਿਹੜੇ MCQs ਨੇ ਉਹ ਵੀ ਮੈਂ ਜਲਦੀ ਹੀ ਅਪਲੋਡ ਕਰ ਦੇਵਾਂਗਾ ਆਨਸਰ ਕੀ ਦੇ ਨਾਲ। ਤਾਂ ਤੁਸੀਂ ਨਾਲ ਨਾਲ ਸੋਲਵ ਕਰਦੇ ਰਹਿਣਾ। ਜਦੋਂ ਸਾਡਾ ਚੈਪਟਰ ਕੰਪਲੀਟ ਹੋ ਜਾਵੇਗਾ ਤਾਂ ਮੈਂ ਤੁਹਾਨੂੰ MCQs ਜਿਹੜੇ ਕੰਬਾਈਨਡ ਦੇਵਾਂਗਾ ਸਾਰੇ ਟੌਪਿਕਸ ਦੇ। ਤਾਂ ਫਿਰ ਉਸ ਤੋਂ ਬਾਅਦ ਇੱਕ ਸੰਡੇ ਦੇ ਦਿਨ ਅਸੀਂ ਟਾਈਮ ਜਿਹੜਾ ਉਹ ਆਪਾਂ ਡਿਸਾਈਡ ਕਰ ਲਵਾਂਗੇ ਟੈਲੀਗ੍ਰਾਮ ਚੈਨਲ 'ਤੇ ਹੀ। ਤਾਂ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਤਾਂ ਟੈਲੀਗ੍ਰਾਮ 'ਤੇ ਅਸੀਂ ਜਿਹੜਾ ਹੈ ਉਹ ਡਿਸਾਈਡ ਕਰ ਲਵਾਂਗੇ ਟਾਈਮ ਕਿ ਕਿਸ ਟਾਈਮ 'ਤੇ ਅਸੀਂ ਜ਼ੂਮ ਲਾਈਵ ਦੇ ਥਰੂ ਤੁਹਾਡੀ ਪ੍ਰੋਬਲਮਸ ਨੂੰ ਸੋਲਵ ਕਰਨਾ ਹੈ। ਅਤੇ ਉਸ ਤੋਂ ਬਾਅਦ ਜਿੰਨੀ ਵੀ ਪ੍ਰੋਬਲਮਸ ਹੋਣਗੀਆਂ ਮੈਂ ਉੱਥੇ ਤੁਹਾਡੀਆਂ ਸੋਲਵ ਕਰ ਦੇਵਾਂਗਾ। ਅਤੇ ਜਿਹੜੀ ਟੈਸਟ ਹੋਊਗਾ ਉਹ ਜਿਹੜਾ ਇਹ ਇਸ ਤੋਂ ਬਾਅਦ ਹੀ ਅਸੀਂ ਟੈਸਟ ਜਿਹੜਾ ਉਹ ਰੱਖ ਲਵਾਂਗੇ ਇਸੇ ਚੈਪਟਰ ਦਾ ਕੰਪਲੈਕਸ ਨੰਬਰ ਦਾ। ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਜੇ ਵੀਡੀਓ ਪਸੰਦ ਆਈ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।